ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸਾ ਧਰਤੀ ਭਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭੈ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਇ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਇ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿਠਾ ਤਿਨਾ ਲੈ ਛਡਾਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਕਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਧਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ। ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਗੁਰ ਨਾਨਕ ਸਤਿਗੁਰ ਤੁਠਾ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆਂ ਸੋਹੀਐ,
ਸਭਨਾਂ ਦਾ ਵਿਸਾਹ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ। ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ। ਰਹਾਉ ਅਨ ਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਦਇਆਲ ਤੇਰਾ ਨਾਮ ਤਰਾ, ਸਦ ਕੁਰਬਾਨ ਜਾਓ। ਰਹਾਉ ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਇ। ਤਾਕੀ ਸੇਵਾ ਸੋ ਕਰੇ, ਜਾ ਕਉ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ, ਸਾ ਵਡਿਆਈ ਦੇਹ। ਜਿਤ ਨਾਮ ਤੇਰੇ ਲਾਗ ਰਹਾ, ਦੂਜਾ ਨਾਹੀ ਕੋਇ। ਜਿਸ ਆਗੇ ਪਿਆਰੇ ਜਾਏ ਕਹਾ, ਰਹਾਉ ਸੇਵੀ ਸਾਹਿਬ ਆਪਣਾ। ਅਵਰ ਨ ਜਾਚੋਂ ਕੋਇ, ਨਾਨਕ ਤਾ ਕਾ ਦਾਸ ਹੈ। ਬਿੰਦ ਬਿੰਦ ਚੁਖ ਚੁਖ ਹੋਏ, ਸਾਹਿਬ ਤੇਰੇ ਨਾਮ ਵਿਟਹੁ। ਬਿੰਦ ਬਿੰਦ ਚੁਖ ਚੁਖ ਹੋਏ, ਸਾਹਿਬ ਤੇਰੇ ਨਾਮ ਵਿਟਹੁ। ਬਿੰਦ ਬਿੰਦ ਚੁਖ ਚੁਖ ਹੋਏ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
परम सम्मान योग चवर छतर तखत दे मालिक जुगो हो जुग अटल साहिब श्री गुरु ग्रंथ साहिब गुरुद्वारा मंजी साहिब दीवान हाल विखे आप जी ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਆਪ ਸਮੂਹ ਸਿੱਖ ਸੰਗਤ ਨੂੰ ਸਮੁੱਚੀ ਮਾਨਵਤਾ ਨੂੰ ਆਦਿ ਗੁਰੂ ਜਗਤ ਗੁਰ ਬਾਬਾ ਸਭ ਤੇ ਵੱਡਾ ਸਤਿਗੁਰੂ ਨਾਨਕ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਆਗਮਨ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਅੱਜ ਸਤਿਗੁਰਾਂ ਦਾ 551ਵਾਂ आगमन गुरपुरब है और सतगुरु गुरु ग्रंथ साहिब महाराज जी ने अमृत वेले श्री हरमंदर साहिब जी विखे प्रकाशमान होकर जो अमृत शब्द समुची मानवता नू हुक्म रूप विच बख्शिश कीते ने। अज दे ये पवित्र अमृत बचन ये हुक्म सतगुरु गुरु नानक साहिब जी महाराज हजूर दी मुबारक रसना तो उचारण किया होया है। सतगुरां ने इस अमृत बचन नू राग धनासरी विच उचारण किया है। चौपदे ने इस पवित्र शब्द दे और इस अमृत शब्द अंदर सतगुरु गुरु नानक साहिब महाराज जी ने अकाल पुरख वाहिगुरु जी दे सन्मुख अरदास बेनती जोदड़ी जिहड़ा सब नूं रिजक देण वाला है, जो नित नवां है, जो दुखां नूं विसारन वाला है, जो इंसान दी पीड़ा नूं हरन वाला है, जिहड़ा सारियां दी झोली अपनियां रहमतां नाल भरदा है, उस परमेश्वर दे नाम तो उस प्रभु तो वार ने बलिहार ने कुर्बान जांदे ने। आओ साध संगत एक तां हजूर दे इस अमृत बचन दी विचार जो इस अस्थान दी रोज़ दी मर्यादा है और दूसरा सतगुरु गुरु नानक साहिब जी महाराज उन्हां दियां सिफतां उन्हां दी अमृत बाणी विचों आपां विचारन दा यतन करांगे। आप जितने हजूर दे चरनां विच इत्थे उपस्थित हो, अपने घरां विच देश विदेश विच बैठे ये गुरमति विचार आप सरवण कर रहे हो। धन गुरु नानक साहिब सच्चे पातशाह महाराज आप जी अपनी रहमत अपनी बख्शीश अपनी कला शब्द दी वरताओ सतगुरु हिरदे नूं टिका बख्शो, भै भावनी बख्शो। सतगुरु गुरु नानक साहिब जी महाराज आप विच वरत के सिर ते मेहर भरिया हथ रखो, आप ही विचार करा लवो। साध संगत प्यार अदब नाल कोई भी रसना विरवी वांझी ना रहे। सतनाम
ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇਹ ਅੰਮ੍ਰਿਤ ਬਚਨ ਜੋ ਅੱਜ ਸਤਿਗੁਰਾਂ ਨੇ ਸਾਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਤਨਾਸਰੀ ਹੈ, ਜਾਂ ਇਉਂ ਕਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਅੰਮ੍ਰਿਤ ਬਚਨ ਨੂੰ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਪਹਿਲੇ ਘਰ ਵਿੱਚ ਇਸ ਸ਼ਬਦ ਨੂੰ ਗਾਇਨ ਦੀ ਹਦਾਇਤ ਹੈ ਤੇ ਇਹ ਅੰਮ੍ਰਿਤ ਬਚਨ ਜੋ ਹੈ ਇਹ 4 ਪਦੇ ਨੇ। ਸਤਿਗੁਰਾਂ ਨੇ 4 ਪਦਿਆਂ ਵਿੱਚ ਇਹ ਸ਼ਬਦ ਉਚਾਰਨ ਕੀਤਾ ਔਰ ਇਸ ਸ਼ਬਦ ਦੇ ਅੰਦਰ ਸਤਿਗੁਰਾਂ ਨੇ 4 ਪਦਿਆਂ ਦੇ ਨਾਲ ਨਾਲ 4 ਰਹਾਉ ਦੇ ਅੰਮ੍ਰਿਤ ਬਚਨ ਵੀ ਉਚਾਰਨ ਕੀਤੇ ਨੇ। ਇਉਂ ਕਹਾ ਕਿ ਇਸ ਅੰਮ੍ਰਿਤ ਸ਼ਬਦ ਦੇ ਅੰਦਰ ਸਤਿਗੁਰਾਂ ਨੇ 4 ਵਾਰ ਰਹਾਉ ਸ਼ਬਦ ਰਹਾਉ ਬਚਨ ਉਚਾਰਨ ਕੀਤਾ, ਰਹਾਉ ਦੀਆਂ ਤੁਕਾਂ ਦਰਜ ਕੀਤੀਆਂ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਜੋ ਬਾਣੀ ਹੈ ਉਹ 19 ਰਾਗਾਂ ਦੇ ਅੰਦਰ ਦਰਜ ਹੈ। ਹਜ਼ੂਰ ਦੀ ਕੁਛ ਬਾਣੀ ਜਿਵੇਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਆ, ਉਸ ਉੱਪਰ ਕੋਈ ਰਾਗ ਦੀ ਬੰਦਿਸ਼ ਪਾਬੰਦੀ ਨਹੀਂ। ਦੂਸਰਾ, ਸ਼ਲੋਕ ਸਹਿਸਕ੍ਰਿਤੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਉਸ ਉੱਪਰ ਵੀ ਕੋਈ ਰਾਗ ਦੀ ਬੰਦਿਸ਼ ਨਹੀਂ। ਤੀਸਰਾ, ਸ਼ਲੋਕ ਵਾਰਾਂ ਤੇ ਵਧੀਕ ਜੋ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਉਸ ਉੱਪਰ ਵੀ ਕੋਈ ਰਾਗ ਦਾ ਸਰਲੇਖ ਨਹੀਂ। 19 ਰਾਗਾਂ ਵਿੱਚੋਂ ਅੱਜ ਇਹ ਜਿਹੜਾ ਅੰਮ੍ਰਿਤ ਬਚਨ ਹੈ ਇਹ ਰਾਗ ਤਨਾਸਰੀ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਤੇ 4 ਪਦੇ ਰੂਪ ਵਿੱਚ ਸਤਿਗੁਰਾਂ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਔਰ ਇਸ ਸ਼ਬਦ ਨੂੰ ਉਚਾਰਨ ਕਰਨ ਤੋਂ ਪਹਿਲਾਂ ਸਤਿਗੁਰਾਂ ਨੇ ਮੰਗਲ ਦਰਜ ਕੀਤਾ, ਮੰਗਲ ਉਚਾਰਨ ਕੀਤਾ ਹੈ। ਇਸ ਵਿੱਚ ਹਜ਼ੂਰ ਨੇ ਫਰਮਾਇਆ ਹੈ, ਇੱਕ ਓੰਕਾਰ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਮੰਗਲ ਵਿੱਚ ਬਚਨ ਕੀਤਾ, ਇੱਕ ਓੰਕਾਰ। ਪਿਛਲੇ ਦਿਨੀ ਦਾਸ ਸੰਧਿਆ ਦੀ ਵਿਚਾਰ ਕਰਦਿਆਂ ਹੋਇਆਂ ਇੱਕ ਓੰਕਾਰ ਦੇ ਸੰਬੰਧ ਵਿੱਚ ਜਿੰਨੀ ਕੁ ਦਾਤੇ ਨੇ ਸੋਝੀ ਸਮਤ ਬਖਸ਼ੀ ਉਹ ਸੰਗਤ ਦੇ ਨਾਲ ਵਿਚਾਰ ਸਾਂਝੀ ਕੀਤੀ। ਮੈਂ ਫਿਰ ਵੀ ਅੱਜ ਇਹ ਸ਼ਬਦ ਇਹ ਅੰਮ੍ਰਿਤ ਬਚਨ ਆਇਆ ਹੈ, ਇਸ ਨੂੰ ਆਪਾਂ ਦੁਬਾਰਾ ਇਸ ਅਸਥਾਨ ਤੇ ਫਿਰ ਵਾਚਨੇ ਖਾਂ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਵੱਡੀ ਕਿਰਪਾਲਤਾ ਹੈ। ਓਮ ਸ਼ਬਦ ਉਪਨਿਸ਼ਦ ਵਿੱਚ ਆਉਂਦਾ ਹੈ, ਇਹ ਪ੍ਰਚਲਿਤ ਸੀ ਓਮ ਸ਼ਬਦ। ਓੰਕਾਰ ਸ਼ਬਦ ਇਹਦੀ ਵਰਤੋਂ ਵੀ ਭਾਰਤ ਵਰਸ਼ ਦੇ ਇਸ ਪੂਰਬ ਦੇ ਧਰਮ ਵਿੱਚ ਹੁੰਦੀ ਰਹੀ, ਪਰ ਸਮੇਂ ਦੇ ਨਾਲ ਜਦੋਂ ਓਮ ਸ਼ਬਦ ਦੀ ਵਿਆਖਿਆ ਕੀਤੀ ਜਾਣ ਲੱਗੀ, ਕਿਤੇ ਤਾਂ ਉਹਨੂੰ ਤ੍ਰੈ ਦੇਵ ਦੇ ਰੂਪ ਵਿੱਚ ਵਿਆਖਿਆ ਕੀਤੀ ਗਈ। ਥੋੜੀ ਜਿਹੀ ਬੇਨਤੀ ਸੁਣਿਓ ਕਿ ਇੱਕ ਓੰਕਾਰ ਤ੍ਰੈ ਦੇਵ ਦੇ ਰੂਪ ਵਿੱਚ ਵਿਆਖਿਆ ਕੀਤੀ ਗਈ, ਬ੍ਰਹਮਾ ਵਿਸ਼ਨ ਔਰ ਮਹੇਸ਼। ਔਰ ਇਹ ਜਿਹੜਾ ਓਮ ਹੈ ਇਸ ਦੀ ਧੁਨੀ ਨੂੰ, ਇਸ ਨਾਦ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਜੇ ਅਸੀਂ ਹਿੰਦੀ 'ਚ ਕਹੀਏ ਆ ਊ ਮਾ, ਜੇ ਆਪਾਂ ਇਹਨੂੰ ਪੰਜਾਬੀ 'ਚ ਪੜਾਂਗੇ ਤੇ ਉਸ ਵਿੱਚ ਸਾਨੂੰ ਇਸ ਸਪਸ਼ਟ ਐੜਾ ਊੜਾ ਤੇ ਮੰਮਾ ਇਸ ਧੁਨੀ ਦੇ 3 ਹਿੱਸੇ ਕਰ ਦਿੱਤੇ ਵੀ ਇਹ ਜੀ ਤ੍ਰੈ ਦੇਵਤਿਆਂ ਦਾ, ਤ੍ਰੈ ਮੂਰਤੀ ਦਾ, ਕਿਸੇ ਨੇ ਕਿਹਾ ਤ੍ਰੈ ਕਾਲ ਦਾ, ਕਿਸੇ ਨੇ ਕਿਹਾ ਤ੍ਰੈ ਗੁਣਾ ਦਾ, ਕਿਸੇ ਨੇ ਕਿਹਾ ਆ ਤ੍ਰੈ ਜਿਹੜੇ ਸੁਰਗ ਮੱਚ ਪਿਆਲੇ ਨੇ ਇਹ ਇਹਨਾਂ ਦਾ ਪ੍ਰਤੀਕ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਦੇਖੋ ਇਹਨੂੰ 3 ਹਿੱਸੇ 'ਚ ਅਸੀਂ ਉਚਾਰਨ ਕਰਨੇ ਆ। ਇੱਕ ਓੰਕਾਰ,
ਪਹਿਲਾਂ ਇੱਕ ਬੋਲਨੇ ਖਾਂ, ਉਸ ਤੋਂ ਬਾਅਦ ਅਸੀਂ ਓਮ ਬੋਲਨਿਆਂ ਨਾਲ ਉਹਦੇ ਕਾਰ ਹੈ। ਕਾਰ ਵਿਦਵਾਨ ਪੁਰਸ਼ ਕਹਿੰਦੇ ਆ ਜੋ ਉੱਪਰ ਵਾਲੀ ਲਕੀਰ ਖਿੱਚੀ ਹੈ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਇੱਕ ਜਗ੍ਹਾ ਖਾਸ ਕਰਕੇ ਦੇ ਅਰਥ ਕਰਦਿਆਂ ਕਿਹਾ ਕਿ ਸੰਸਕ੍ਰਿਤ ਵਿੱਚ ਨਾਮ ਦਾ ਪਿਛੇਤਰ ਕਾਰ ਹੈ। ਇਹਦਾ ਅਰਥ ਹੈ ਇੱਕ ਰਸ ਨਿਰੰਤਰ ਜਿਹਨੇ ਕਦੀ ਵੀ ਰੁਕਣਾ ਨਹੀਂ, ਜਿਹਦੇ ਵਿੱਚ ਕਿਤੇ ਕੋਈ ਕੱਟ ਨਹੀਂ ਲੱਗਦਾ। ਗੁਰੂ ਸਾਹਿਬ ਨੇ ਕੀ ਬਖਸ਼ਿਸ਼ ਕੀਤੀ, ਉਹਨਾਂ ਨੇ ਕਿਹਾ ਓੰਕਾਰ ਜੋ ਹੈ ਇਸ ਦੇ 2-3 ਤੁਸੀਂ ਟੁਕੜੇ ਨਾ ਕਰੋ, ਇਹ ਸਿਰਫ ਇੱਕ ਹੈ ਔਰ ਉਹ ਇੱਕ ਹੈ ਜਿਸ ਇੱਕ ਵਰਗਾ ਹੋਰ ਕੋਈ ਇੱਕ ਹੈ ਹੀ ਨਹੀਂ। ਫਿਰ ਬੇਨਤੀ, ਇਹ ਇੱਕ ਸੰਖਿਆ ਵਾਚਕ ਨਹੀਂ। ਜੇ ਕਹੀਏ ਜੀ ਇਹ ਇੱਕ ਹੈ, ਇਹਦੇ ਵਰਗਾ ਕੋਈ ਦੂਜਾ ਹੋਵੇਗਾ, ਨਹੀਂ ਪਿਆਰਿਓ, ਸਿਰਫ ਤੇ ਸਿਰਫ ਇੱਕ, ਔਰ ਉਹ ਇੱਕ ਜਿਹੜਾ ਅਨੇਕਤਾ ਵਿੱਚ ਆਪ ਵਰਤਦਾ ਹੈ। ਅਨੇਕਤਾ ਵੀ ਇੱਕ ਦੀ ਹੈ ਤੇ ਅਨੇਕਤਾ ਵਿੱਚ ਵਰਤਦਾ ਹੋਇਆ ਫਿਰ ਵੀ ਉਹ ਇੱਕ ਦਾ ਇੱਕ ਹੀ ਹੈ। ਇਸ ਨੂੰ ਸਤਿਗੁਰਾਂ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ। ਜਦੋਂ ਇਹ ਕਿਹਾ ਗਿਆ ਵੀ ਇਹ 3 ਦੇਵਤਿਆਂ ਦੇ ਰੂਪ ਵਿੱਚ, ਤੇ ਸਤਿਗੁਰਾਂ ਨੇ ਜਪਜੀ ਸਾਹਿਬ ਦੇ ਅੰਦਰ ਜਿਹੜੀ ਪਵਿੱਤਰ ਅਸੀਂ ਪੌੜੀ ਇਹ ਪੜ੍ਹਨੇ ਆ, ਤੇ ਇਸੇ ਦੀ ਵਿਆਖਿਆ ਕੀਤੀ ਕਿ ਇਹ 3 ਦੇਵ ਨਹੀਂ, ਇਹਨਾਂ ਦੇਵਤਿਆਂ ਤੋਂ ਉੱਪਰ ਉਹ ਇੱਕ ਓੰਕਾਰ ਹੈ ਜਿਹਦੇ ਹੁਕਮ ਨਾਲ, ਜਿਹਦੀ ਆਗਿਆ ਦੇ ਨਾਲ ਸਾਰੇ ਚੱਲਦੇ ਆ, ਤੇ ਉਹ ਇੱਕ ਰਸ ਹੈ। ਗੁਰੂ ਸਾਹਿਬ ਦਾ ਬਚਨ ਹੈ, ਏਕਾ ਮਾਈ ਜੁਗਤ ਵਿਆਈ 3 ਚੇਲੇ ਪਰਵਾਨ। ਗੁਰੂ ਨਾਨਕ ਸਾਹਿਬ ਜੀ, ਇਹ ਮਨੌਤ ਹੈ ਕਿ ਭਾਰਤ ਵਰਸ਼ ਵਿੱਚ ਕੀ ਮਾਇਆ ਪ੍ਰਸੂਤ ਹੋਈ, 3 ਪੁੱਤਰਾਂ ਨੂੰ ਜਨਮ ਦਿੱਤਾ। ਇੱਕ ਸੰਸਾਰੀ ਬ੍ਰਹਮਾ ਜੀ, ਇੱਕ ਭੰਡਾਰੀ ਵਿਸ਼ਨੂੰ ਜੀ ਰਿਜ਼ਕ ਦੇਣ ਵਾਲੇ, ਇੱਕ ਲਾਏ ਦੀਵਾਨ, ਇੱਕ ਲੈਤਾ ਵਾਲੇ ਦਰਬਾਰ ਲਾ ਕੇ ਜੀਵਾਂ ਦਾ ਸੰਘਾਰ ਕਰਨ ਵਾਲੇ ਜਾਂ ਲੇਖਾ ਜੋਖਾ ਕਰਨ ਵਾਲੇ। ਗੁਰੂ ਜੀ ਕਹਿੰਦੇ ਨੇ ਇਹ ਮਨੌਤ ਸੀ, ਪਰ ਬੇਨਤੀ ਇਹ ਵੇ ਇੰਨੀ ਕੁ ਤੁਕ ਪੜ੍ਹ ਕੇ ਅਰਥ ਨਹੀਂ ਕਰਨੇ, ਕਿਉਂਕਿ ਜੇ ਇੱਥੋਂ ਤੱਕ ਆਪਾਂ ਕਹਾਂਗੇ ਏਕਾ ਮਾਈ ਜੁਗਤ ਵਿਆਈ 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਤੇ ਇਹ ਤਾਂ ਸਿੱਧ ਹੋ ਜਾਏਗਾ ਵੀ ਮਾਇਆ ਪ੍ਰਸੂਤ ਹੋਈ, 3 ਦੇਵਤਿਆਂ ਦਾ ਇਹ ਜਨਮ ਹੈ। ਪਰ ਗੁਰੂ ਸਾਹਿਬ ਜੀ ਇਸ ਤੋਂ ਅੱਗੇ ਬਖਸ਼ਿਸ਼ ਕਰਦੇ ਨੇ, ਏਕਾ ਮਾਈ ਜੁਗਤ ਵਿਆਈ 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਮਹਾਰਾਜ ਕਹਿੰਦੇ ਨੇ ਜਿਵ ਤਿਸ ਭਾਵੈ, ਉਹ ਤਿਸ ਕੌਣ ਹੈ? ਏਕ ਓੰਕਾਰ। ਤਿਸ ਹੈ ਪਾਰ ਬ੍ਰਹਮ ਪਰਮੇਸ਼ਵਰ, ਤਿਸ ਹੈ ਜਿਹੜਾ ਦੇਵਾਨ ਦੇਵ ਹੈ, ਤਿਸ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ। ਮਹਾਰਾਜ ਕਹਿੰਦੇ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ, ਅਕਾਲ ਪੁਰਖ ਵਾਹਿਗੁਰੂ ਵੇਖਦਾ ਪਿਆ, ਪਰ ਜੀਵ ਉਹਨੂੰ ਵੇਖ ਨਹੀਂ ਰਹੇ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹੋ ਵਿਡਾਨ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜੁਗ ਜੁਗ ਏਕੋ ਵੇਸ, ਉਹ ਨਿਰੰਤਰ ਇੱਕ ਹੈ। ਇਹਦਾ ਸਿੱਧਾ ਜਿਹਾ ਮਤਲਬ ਕਿ ਪਾਰ ਬ੍ਰਹਮ ਪਰਮੇਸ਼ਵਰ ਕਹਿ ਲੋ, ਵਾਹਿਗੁਰੂ ਕਹਿ ਲੋ, ਅੱਲਾ ਕਹਿ ਲੋ, ਰਾਮ ਕਹਿ ਲੋ, ਪਰ ਯਾਦ ਰੱਖਿਓ ਅਰਥ ਏਕ ਓੰਕਾਰ ਦੇ, ਕਿਸੇ ਦੇਵੀ ਦੇਵਤੇ ਪੈਗੰਬਰ ਦੇ ਨਹੀਂ। ਇੱਕ ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ, ਨਾ ਦੇਵ ਦਾਨਵਾਨ ਨਰਾ, ਨਾ ਸਿੱਧ ਸਾਧ ਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਜਿਹੜਾ ਸਿਰਫ ਇੱਕ ਹੈ, ਜਿਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ। ਹਜ਼ੂਰ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਹੈ, ਤੇ ਇਹ ਓੰਕਾਰ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ। ਜਿਵੇਂ ਗੁਰੂ ਸਾਹਿਬ ਜੀ ਤੇ ਇੱਥੋਂ ਤਾਂ ਬਖਸ਼ਿਸ਼ ਕਰਦੇ ਆ, ਓੰਕਾਰ ਬ੍ਰਹਮਾ ਉਤਪਤ। ਪਰਮਾਤਮਾ ਨੇ ਤਾਂ ਬ੍ਰਹਮਾ ਨੂੰ, ਓੰਕਾਰ ਨੇ ਤਾਂ ਬ੍ਰਹਮਾ ਨੂੰ ਪੈਦਾ ਕੀਤਾ ਹੈ। ਇੱਥੇ ਕਹਿਣ ਤੋਂ ਮੁਰਾਦ ਪਰਮੇਸ਼ਵਰ ਇੱਕ, ਉਸ ਵਰਗਾ ਹੋਰ ਕੋਈ ਨਹੀਂ, ਇੱਕ ਰਸ ਹੈ। ਹੁਣ ਜਦੋਂ ਅਸੀਂ ਇਹ ਏਕ ਓੰਕਾਰ ਦੇ ਅਰਥ ਕਰ ਲਏ, ਹੁਣ ਅੱਗੇ ਇਸ ਮੰਗਲ ਵਿੱਚ ਜਿਤਨੀ ਵੀ ਨਾਲ ਸ਼ਬਦ ਆਉਣਗੇ, ਉਹਨਾਂ ਸ਼ਬਦਾਂ ਨਾਲ ਅਸੀਂ ਏਕ ਓੰਕਾਰ ਨੂੰ ਜੋੜ ਕੇ ਅਰਥ ਕਰਾਂਗੇ। ਉਹ ਇੱਕ ਰਸ ਵਿਆਪਕ, ਜਿਸ ਇੱਕ ਵਰਗਾ ਹੋਰ ਕੋਈ ਨਹੀਂ। ਸਤਨਾਮ। ਹਜ਼ੂਰ ਕਹਿੰਦੇ ਨੇ ਉਸ ਏਕ ਓੰਕਾਰ ਦਾ ਜਿਹੜਾ ਨਾਮ ਹੈ ਉਹ ਸਤ ਹੈ, ਉਹ ਸਦੀਵ ਰਹਿਣ ਵਾਲੀ ਹਸਤੀ ਹੈ, ਉਸ ਨੇ ਕਦੀ ਮਿਟਣਾ ਨਹੀਂ।
ਸਤਨਾਮ ਚਲੋ ਅਸੀਂ ਗੁਰਮੁਖੀ ਵਿੱਚ ਜਦੋਂ ਪੜ੍ਹਨੇ ਆ, ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾ ਤੇ ਮੰਮਾ, ਸਤਨਾਮ ਅਸੀਂ ਪੜ੍ਹਨੇ ਆ। ਪਿਆਰਿਓ, ਇਹ ਸਾਡੇ ਗੁਰਮੁਖੀ ਲਿਪੀ ਵਿੱਚ ਇਹ ਚਿੰਨ੍ਹ ਹੈ, ਪਹਿਚਾਣ ਹੈ ਸਤਨਾਮ ਦੀ। ਪਰ ਸੱਚ ਇਹ ਹੈ ਕਿ ਸਤਨਾਮ ਤੇਰਾ ਪਰਾ ਪੂਰਬਲਾ, ਜਦੋਂ ਕੁਛ ਵੀ ਨਹੀਂ ਬਣਿਆ ਉਦੋਂ ਵੀ ਤੇਰਾ ਸਤਨਾਮ ਕਾਇਮ ਹੈ। ਤੇਰੀ ਹੋਂਦ, ਤੇਰਾ ਉਹ ਉਪਸਥਿਤੀ ਜਿਹੜੀ ਹੈ, ਉਸ ਵਕਤ ਵੀ ਆਪ ਜੀ ਕਾਇਮ ਹੋ। ਜਿਹੜਾ ਇੱਕ ਹੈ ਉਸ ਦਾ ਨਾਮ ਹਜ਼ੂਰ ਕਹਿੰਦੇ ਨੇ ਉਹ ਸਤ ਹੈ। ਕਰਤਾ ਪੁਰਖ, ਕਰਤਾ ਉਹ ਸਾਰਿਆਂ ਦਾ ਬਣਾਉਣ ਵਾਲਾ ਹੈ, ਸਭ ਦਾ ਰਚੈਤਾ ਹੈ। ਤੇ ਜੋ ਕੁਝ ਉਸਨੇ ਬਣਾਇਆ ਹੈ ਉਹ ਸਾਰੀਆਂ ਬਣੀਆਂ ਹੋਈਆਂ ਆਪਣੀਆਂ ਬਣਾਈਆਂ ਵਸਤੂਆਂ ਵਿੱਚ, ਚੀਜ਼ਾਂ ਵਿੱਚ, ਜੜ ਹੋਵੇ ਚੇਤਨ ਹੋਵੇ, ਉਹ ਆਪ ਸਮਾਇਆ ਹੋਇਆ ਹੈ। ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਦਾ ਨਾਮ ਸਤ ਹੈ। ਗੁਰੂ ਜੀ ਕਹਿੰਦੇ ਨੇ ਉਹ ਸਭ ਦਾ ਕਰਤਾ ਹੈ, ਉਹਦਾ ਕਰਤਾ ਕੋਈ ਵੀ ਨਹੀਂ। ਉਹ ਸਭ ਨੂੰ ਬਣਾਉਣ ਵਾਲਾ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਜਿਵੇਂ ਕੋਈ ਮੂਰਤੀ ਬਣਾਉਂਦਾ ਜਾਂ ਕੋਈ ਤਸਵੀਰ ਬਣਾਉਂਦਾ, ਸੱਚ ਇਹ ਵੇ ਕਿ ਪਰਮਾਤਮਾ ਦੀ ਨਾ ਕੋਈ ਮੂਰਤ ਬਣਾ ਸਕਦਾ ਹੈ, ਨਾ ਉਹਨੂੰ ਕੋਈ ਸਥਾਪਨ ਕਰ ਸਕਦਾ ਹੈ। ਜਿਵੇਂ ਹਜ਼ੂਰ ਦੇ ਬਚਨ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਆਪਣੇ ਆਪ ਹੈ। ਹੁਣ ਇੱਥੇ ਕਰਤਾ ਪੁਰਖ, ਉਹ ਸਭ ਕੁਝ ਬਣਾਉਣ ਵਾਲਾ, ਬਣਾ ਕੇ ਵਿੱਚ ਸਮਾਇਆ ਹੈ। ਜਿਵੇਂ ਅਸੀਂ ਆਸਾ ਕੀ ਵਾਰ ਦੇ ਵਿੱਚ ਬਚਨ ਪੜ੍ਹਨੇ ਆ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ, ਕਰ ਆਸਨ ਡਿਠੋ ਚਾਓ। ਉਹਨੇ ਸਭ ਕੁਝ ਰਚਿਆ ਤੇ ਰਚ ਕੇ ਏਕ ਓੰਕਾਰ ਆਪ ਹੀ ਸਾਰਿਆਂ ਦੇ ਵਿੱਚ ਸਮਾ ਗਿਆ ਹੈ। ਨਿਰਭਉ ਨਿਰਵੈਰ, ਨਿਰਭਉ, ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵੀ ਡਰ ਨਹੀਂ। ਹਜ਼ੂਰ ਨੇ ਫਰਮਾਇਆ ਕਿ ਉਹਨੇ ਸਾਰਿਆਂ ਦੇ ਮੱਥੇ ਤੇ ਭੈ ਦਾ ਲੇਖ ਲਿਖਿਆ, ਪਰ ਪਾਰ ਬ੍ਰਹਮ ਪਰਮੇਸ਼ਵਰ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਸਾਰੀ ਸ੍ਰਿਸ਼ਟੀ ਦਰ ਦੇ ਅਧੀਨ ਹੈ, ਪਰ ਉਹ ਨਿਰਭਉ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਇਹ ਬਚਨ ਵੀ ਕਹੇ ਨੇ ਕਿ ਸਗਲ ਸਮਗਰੀ ਡਰੈ ਵਿਆਪੀ, ਬਿਨ ਡਰ ਕਰਨੈ ਹਾਰਾ। ਸਗਲਿਆਂ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸਭ ਦੇ ਮੱਥੇ ਤੇ ਭੈ ਦਾ ਲੇਖ ਹੈ, ਪਰ ਪਾਰ ਬ੍ਰਹਮ ਪਰਮੇਸ਼ਵਰ ਜੀ, ਉਹਨਾਂ ਦੇ ਮਸਤਕ ਉੱਪਰ ਕਿਸੇ ਕਿਸਮ ਦਾ ਕੋਈ ਭੈ ਨਹੀਂ, ਕੋਈ ਡਰ ਨਹੀਂ। ਜਿੱਥੇ ਇੱਕ ਨੇ, ਸਤ ਨੇ, ਉਹ ਸਭ ਨੂੰ ਬਣਾਉਣ ਵਾਲੇ ਨੇ, ਬਣਾ ਕੇ ਸਭ ਹੀ ਸਮਾਏ ਨੇ। ਉਹਨਾਂ ਨੂੰ ਕਿਸੇ ਦਾ, ਵਾਹਿਗੁਰੂ ਜੀ ਨੂੰ ਕੋਈ ਭੈ ਨਹੀਂ। ਤੇ ਉਸ ਤੋਂ ਬਾਅਦ ਜੇ ਭੈ ਨਹੀਂ ਤੇ ਗੁਰਮੁਖੋ ਕਿਸੇ ਨਾਲ ਵੈਰ ਵੀ ਨਹੀਂ ਕਮਾਉਂਦੇ। ਨਿਰਵੈਰ, ਉਹ ਵੈਰ ਤੋਂ ਰਹਿਤ ਹਨ। ਅਕਾਲ ਮੂਰਤ, ਅਕਾਲ ਮੂਰਤ, ਅਕਾਲ ਦਾ ਅਰਥ ਅਸੀਂ ਕਰਾਂਗੇ ਕਾਲ ਦੇ ਅਗੇਤਰ ਐੜਾ ਲੱਗਾ ਹੈ। ਅਕਾਲ ਦਾ ਅਰਥ ਜਿਸ ਉੱਪਰ ਸਮੇਂ ਦਾ ਕੋਈ ਪ੍ਰਭਾਵ ਨਹੀਂ। ਹਰ ਚੀਜ਼ ਜਿਹੜੀ ਇਹ ਸਮੇਂ ਦੇ ਅਧੀਨ ਹੈ। ਇਨਸਾਨ ਕਹਿ ਲਓ, ਆ ਜਿੰਨੇ ਸੂਰਜ ਚੰਦ ਤਾਰੇ ਧਰਤੀ ਜੋ ਕੁਝ ਵੀ ਬਣਿਆ ਇਹ ਸਮੇਂ ਦੇ ਅਧੀਨ ਹੈ। ਕਿਉਂਕਿ ਸਮਾਂ ਕਾਲ ਜਿਹੜਾ ਇਹਨੂੰ ਗਰਾਸ ਬਣਾ ਲਏਗਾ, ਇਹਨੂੰ ਖਾ ਜਾਏਗਾ। ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹਨੇ ਆ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਹਰ ਚੀਜ਼ ਕਾਲ ਦੇ ਅਧੀਨ ਹੈ। ਅਸੀਂ ਵੀ ਕਾਲ ਦੇ ਅਧੀਨ ਹਾਂ। ਬਚਪਨ ਹੈ, ਮਾਂ ਦੇ ਉਦਰ ਵਿੱਚ ਜੀਵ ਨਿਮਦਾ, ਪਦੈਸ਼ ਹੁੰਦੀ ਹੈ, ਬਚਪਨ, ਜਵਾਨੀ, ਬੁਢੇਪਾ, ਤੇ ਕਾਲ ਜਿਹੜਾ ਫਿਰ ਇਹਨੂੰ ਖਤਮ ਕਰ ਦਿੰਦਾ ਹੈ। ਹਜ਼ੂਰ ਨੇ ਕਿਹਾ ਉਹ ਜਿਹੜਾ ਏਕ ਓੰਕਾਰ ਜਿਹਨੂੰ ਪਾਰ ਬ੍ਰਹਮ ਪਰਮੇਸ਼ਵਰ ਕਹਿੰਦੇ ਆ, ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਨਾ ਉਹਨੇ ਬੁੱਢਾ ਹੋਣਾ, ਨਾ ਉਹਨੇ ਬਚਪਨ ਹੈ, ਨਾ ਜਵਾਨੀ ਹੈ, ਨਾ ਮੌਤ ਹੈ। ਪਿਆਰਿਓ, ਉਹਦੇ ਉੱਤੇ ਕੋਈ ਅਸਰ ਨਹੀਂ। ਉਹ ਸਮੇਂ ਤੋਂ ਉੱਪਰ ਹੈ, ਉਹ ਸਮੇਂ ਦਾ ਰਚੈਤਾ ਹੈ, ਤੇ ਸਮਾਂ ਉਹਦੇ ਉੱਤੇ ਅਸਰ ਕੀ ਕਰੇਗਾ। ਇਸੇ ਕਰਕੇ ਗੁਰਦੇਵ ਕਹਿ ਰਹੇ ਨੇ ਅਕਾਲ ਮੂਰਤ, ਜਿਹਨੂੰ ਅੱਜ ਸਤਿਗੁਰੂ ਨੇ ਅੱਗੇ ਕਿਹਾ ਸਾਹਿਬ ਮੇਰਾ ਨੀਤ ਨਵਾਂ। ਜਿਹੜੀ ਚੀਜ਼ ਸਮੇਂ ਦੇ ਅਧੀਨ ਹੈ ਉਹ ਨੀਤ ਨਵੀਂ ਨਹੀਂ। ਹਰ ਚੀਜ਼ ਜਿਹੜੀ ਸਮੇਂ ਦੇ ਅਧੀਨ ਬਣੀ ਹੈ ਉਹਨੇ ਪੁਰਾਣੀ ਵੀ ਹੋਣਾ, ਉਹਨੇ ਛਿਜਣਾ ਵੀ ਹੈ। ਸਮੇਂ ਨੇ ਉਹਨੂੰ ਖਤਮ ਵੀ ਕਰਨਾ,
ਪਰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਅਕਾਲ ਮੂਰਤ। ਇੱਥੇ ਮੂਰਤ ਦਾ ਅਰਥ ਹੈ ਹੋਂਦ। ਪਾਰ ਬ੍ਰਹਮ ਪਰਮੇਸ਼ਵਰ, ਉਹਨਾਂ ਉੱਪਰ ਸਮੇਂ ਦਾ ਕੋਈ ਅਸਰ ਨਹੀਂ, ਉਹਨਾਂ ਦੀ ਹਸਤੀ ਨੂੰ ਸਮਾਂ ਪ੍ਰਭਾਵਿਤ ਨਹੀਂ ਕਰਦਾ। ਆਜੂਨੀ ਸੈਭੰ। ਅਜੂਨੀ ਪਰਮੇਸ਼ਵਰ ਏਕ ਓੰਕਾਰ ਜੂਨਾ ਵਿੱਚ ਨਹੀਂ ਆਉਂਦਾ। ਤੇ ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਅੱਜ ਸਤਿਗੁਰਾਂ ਦਾ ਪੁਰਬ ਹੈ, ਅਸੀਂ ਬਾਬਾ ਜੀ ਦੀ ਸਿਫਤ ਕਰਨੇ, ਪਰ ਇਹ ਨਾ ਕਦੀ ਸੋਚਿਓ ਕਿ ਗੁਰੂ ਜੂਨ ਵਿੱਚ ਆਉਂਦਾ ਹੈ। ਜੂਨਾ ਇੱਕ ਪ੍ਰਕਿਰਿਆ ਨੇ, ਜਿਵੇਂ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਬ ਹੋਇਓ। ਐਸਾ ਨਹੀਂ ਕਿ ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਜੂਨਾਂ ਵਿੱਚੋਂ ਨਿਕਲ ਕੇ ਆਉਂਦੇ ਆ, ਨਹੀਂ ਪਿਆਰਿਓ। ਪਰਮਾਤਮਾ ਅਜੂਨੀ ਹੈ, ਸਤਿਗੁਰੂ ਜੂਨਾਂ ਕੱਟਣ ਵਾਸਤੇ ਆਉਂਦੇ ਨੇ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਨੇ ਜਦੋਂ ਹਜ਼ੂਰ ਦੇ ਆਗਮਨ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਸ਼ਬਦ ਵਰਤਿਆ, ਪ੍ਰਗਟਿਆ। ਜਦੋਂ ਅਸੀਂ ਪਾਠ ਕਰਨੇ ਆ, ਅਰਥ ਦੇ ਬਾਅਦ ਚ ਕਰਨੇ ਆ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਪ੍ਰਗਟਿਆ ਦਾ ਅਰਥ ਜਨਮ ਨਹੀਂ ਮਿਲੇਗਾ ਕੋਸ਼ ਵਿੱਚ। ਪ੍ਰਗਟਿਆ ਦਾ ਅਰਥ ਹੈ ਕਿ ਪ੍ਰਤੱਖ ਹੋ ਜਾਣਾ। ਪ੍ਰਗਟ ਦਾ ਅਰਥ ਹੈ ਜਿਹੜਾ ਮੌਜੂਦ ਸੀ ਪਰ ਉਹ ਆਕਾਰ ਕਰਕੇ ਦਿਸ ਨਹੀਂ ਸੀ ਰਿਹਾ, ਉਹ ਪ੍ਰਗਟ ਹੋਇਆ ਹੈ। ਸਤਿਗੁਰ ਨਾਨਕ ਪ੍ਰਗਟਿਆ। ਜਾਂ ਭਾਈ ਸਾਹਿਬ ਜੀ ਬਚਨ ਕਰਦੇ ਆ ਕਿ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਜਿਵੇਂ ਹੁਣ ਅਸੀਂ ਪਾਠ ਕੀਤਾ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਪ੍ਰਗਟਿਆ, ਪ੍ਰਗਟ, ਪ੍ਰਗਟੇ, ਇਹਦਾ ਮਤਲਬ ਵੀ ਬਹੁਤ ਡੂੰਘਾ ਹੈ ਕਿ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਾਰ ਬ੍ਰਹਮ ਪਰਮੇਸ਼ਵਰੀ, ਉਹ ਵੀ ਉਹ ਜੂਨਾਂ ਤੋਂ ਰਹਿਤ ਨੇ, ਉਹਨਾਂ ਉੱਪਰ ਜੂਨਾਂ ਦੀ ਕੋਈ ਬੰਦਿਸ਼ ਨਹੀਂ। ਤੇ ਪਰਮਾਤਮਾ ਨੂੰ ਕਿਸੇ ਨੇ ਬਣਾਇਆ, ਮਾਰੇ ਕਹਿੰਦੇ ਸੈਭੰ, ਉਹ ਸੁਤੇ ਸਿੱਧ ਹੈ, ਆਪਣੇ ਆਪ ਹੈ। ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸੁਯੰਭਵ ਸੁਭੰਗ ਸਰਬ ਦਾ ਸਰਬ ਜੁਗਤੇ। ਉਹ ਸੁਤੇ ਸਿੱਧ ਹੈ, ਉਹਨੂੰ ਕਿਸੇ ਨਹੀਂ ਬਣਾਇਆ, ਜੂਨਾਂ ਤੋਂ ਰਹਿਤ ਹੈ, ਆਪਣੇ ਆਪ ਹੀ ਉਹ ਨਿਰੰਤਰ ਹੈ। ਗੁਰ ਪ੍ਰਸਾਦ। ਹੁਣ ਇਹ ਪਾਰ ਬ੍ਰਹਮ ਪਰਮੇਸ਼ਵਰ ਜਿਹਨੂੰ ਸਤਿਗੁਰੂ ਏਕ ਓੰਕਾਰ ਕਹਿ ਰਹੇ ਆ, ਜਿਹੜਾ ਸਤ ਹੈ, ਬਣਾਉਣ ਵਾਲਾ ਹੈ, ਵਿਆਪਕ ਹੈ, ਨਿਰਭਉ ਹੈ, ਨਿਰਵੈਰ ਹੈ, ਸਮੇਂ ਤੋਂ ਉੱਪਰ ਹੈ, ਜੂਨਾਂ ਤੋਂ ਰਹਿਤ ਹੈ, ਆਪਣੇ ਆਪ ਸੁਤੇ ਸਿੱਧ, ਇਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਿਲਿਆ ਕਿਵੇਂ ਜਾ ਸਕਦਾ ਹੈ? ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਨਾਲ, ਗੁਰੂ ਦੇ ਪ੍ਰਸਾਦ ਨਾਲ, ਜੇ ਸਤਿਗੁਰੂ ਬਖਸ਼ਿਸ਼ ਕਰੇ, ਉਹ ਪ੍ਰਮਾਤਮਾ ਤਰਸ ਕਰੇ, ਗੁਰੂ ਨਾਲ ਮਿਲਾ ਦੇਵੇ ਤੇ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਨਾਲ ਮਿਲਾਉਂਦੇ ਹਨ। ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਕੁਰਬਾਨ ਜਾਈਏ। ਜਿਉ ਡਰਤ ਹੈ ਆਪਣਾ, ਮਹਾਰਾਜ ਕਹਿੰਦੇ ਸਾਡਾ ਜਿਹੜਾ ਜੀਓ ਹੈ, ਅੰਤਰ ਆਤਮਾ ਜਿਹੜਾ ਹੈ, ਉਹ ਡਰ ਰਿਹਾ ਹੈ। ਤੇ ਨਾਲ ਸ਼ਬਦ ਵਰਦੇ ਨੇ, ਕੈਸੋ ਕਰੀ ਪੁਕਾਰ, ਕਿਸ ਅੱਗੇ ਮੈਂ ਆਪਣੀ ਪੁਕਾਰ ਕਰਾਂ, ਆਪਣੀ ਅਰਦਾਸ ਕਰਾਂ। ਸਾਡਾ ਜੀਓ ਜਿਹੜਾ ਹੈ ਉਹ ਡਰ ਰਿਹਾ ਹੈ। ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ। ਦੁਖ ਵਿਸਾਰਨ ਸੇਵਿਆ, ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖਾਂ ਨੂੰ ਦੂਰ ਕਰਨ ਵਾਲਾ। ਸੇਵਿਆ ਦਾ ਅਰਥ ਹੈ ਉਹਨੂੰ ਚੇਤੇ ਕੀਤਾ, ਉਹਦਾ ਸਿਮਰਨ ਕੀਤਾ। ਤੇ ਜਿਹੜਾ ਪ੍ਰਮਾਤਮਾ ਸਦਾ ਸਦਾ ਦਾਤਾਰ, ਸਦੀਵ ਸਦੀਵ ਕਾਲ ਉਹ ਦਾਤਾਂ ਦੇਣ ਵਾਲਾ ਹੈ। ਇਹ ਸਤਿਗੁਰਾਂ ਨੇ ਪਹਿਲੀਆਂ ਦੋ ਤੁਕਾਂ ਕਹੀਆਂ। ਥੋੜੀ ਜਿਹੀ ਦੀ ਵਿਚਾਰ ਕਰਕੇ ਅਸੀਂ ਹਜ਼ੂਰ ਦਾ ਪੁਰਬ ਹੈ, ਉਸ ਸੰਬੰਧੀ ਵੀ ਸਤਿਗੁਰਾਂ ਦੀਆਂ ਸਿਫਤਾਂ ਹੀ ਕਰਨੀਆਂ ਨੇ ਜੀ, ਭਾਵੇਂ ਸ਼ਬਦ ਦੀ ਵਿਚਾਰ, ਭਾਵੇਂ ਇਤਿਹਾਸ ਵਿੱਚੋਂ। ਹੁਣ ਇੱਥੇ ਪ੍ਰਸ਼ਨ ਵੀ ਹੈ ਤੇ ਉੱਤਰ ਵੀ ਹੈ ਇਹ ਦੋ ਤੁਕਾਂ ਵਿੱਚ। ਪ੍ਰਸ਼ਨ ਇਹ ਵੇ ਕਿ ਜੀਓ ਜਿਹੜਾ ਹੈ ਉਹ ਡਰ ਰਿਹਾ ਹੈ। ਜੀਓ ਡਰਤ ਹੈ ਆਪਣਾ, ਜਿੰਦ ਅੰਦਰੋਂ ਡਰ ਰਹੀ ਹੈ। ਕੈਸਿਉ ਕਰੀ ਪੁਕਾਰ,
ਕਿਸ ਦੇ ਸਾਹਮਣੇ ਪੁਕਾਰ ਕਰੀਏ, ਆਪਣੀ ਇਸ ਵੇਦਨਾ ਨੂੰ, ਪੀੜਾ ਨੂੰ ਰੱਖੀਏ। ਤੇ ਸਤਿਗੁਰੂ ਫਿਰ ਇਹ ਪ੍ਰਸ਼ਨ ਕਰਕੇ ਨਾ ਜੀ ਕਿਹਦੇ ਕੋਲ ਪੁਕਾਰ ਕਰਾਂ, ਤੇ ਆਪੇ ਨਾਲ ਉੱਤਰ ਦੇ ਰਹੇ ਆ, ਦੁੱਖ ਵਿਸਾਰਨ, ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖਾਂ ਨੂੰ ਦੂਰ ਕਰਨ ਵਾਲਾ, ਜਿਹਨੂੰ ਪਾਰ ਬ੍ਰਹਮ ਪਰਮੇਸ਼ਵਰ ਕਹਿੰਦੇ ਆ। ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਦੂਰ ਕਰਨ ਵਾਲੇ ਪ੍ਰਮਾਤਮਾ ਦਾ ਸਿਮਰਨ ਕੀਤਾ, ਜਿਹੜਾ ਪਰਮੇਸ਼ਵਰ ਸਦਾ ਸਦਾ ਦਾਤਾਰ, ਸਭ ਨੂੰ ਦਾਤਾਂ ਦੇਣ ਵਾਲਾ ਹੈ। ਇਹ ਬੜੀ ਬਖਸ਼ਿਸ਼ ਕੀਤੀ ਸਤਿਗੁਰਾਂ ਨੇ ਸਾਨੂੰ ਸਮਝਾਇਆ। ਦੇਖੋ ਇੱਥੇ ਡਰਤ ਸ਼ਬਦ ਆਇਆ ਹੈ, ਜੀਓ ਡਰ ਰਿਹਾ ਹੈ। ਸੂਝਵਾਨ ਸੱਜਣ ਕਹਿੰਦੇ ਆ ਕਿ ਡਰ ਦੋ ਤਰ੍ਹਾਂ ਦਾ ਹੁੰਦਾ ਹੈ। ਉਂਝ ਗੁਰਬਾਣੀ ਨੇ ਵੀ ਇਸ ਚੀਜ਼ ਨੂੰ ਮੰਨਿਆ ਜੀ। ਡਰ ਜੇ ਹੋਰ ਥੋੜੀ ਜਿਹੀ ਵਿਆਖਿਆ ਕਰੋ ਤੇ ਮੈਂ ਕਹਿੰਦਾ ਵੀ ਡਰ ਤਿੰਨ ਤਰ੍ਹਾਂ ਦਾ ਸਾਨੂੰ ਮਿਲੇਗਾ। ਇੱਕ ਡਰ ਤਾਂ ਉਹ ਹੈ ਦੁਨਿਆਵੀ, ਸੁਣਿਓ, ਦੁਨਿਆਵੀ ਡਰ। ਦੂਜੀ ਤਰ੍ਹਾਂ ਦਾ ਡਰ ਹੈ ਦੀਨੀ। ਤੀਸਰੀ ਤਰ੍ਹਾਂ ਦਾ ਡਰ ਹੈ ਦੈਵੀ। ਉਂਝ ਵੈਸੇ ਸਿਆਣੇ ਪੁਰਸ਼ ਦੀਨੀ ਡਰ ਨੂੰ ਦੈਵੀ ਡਰ ਦੇ ਨਾਲ ਹੀ ਮਿਲਾਉਂਦੇ ਆ, ਪਰ ਜੇ ਅਸੀਂ ਨਖੇੜ ਕੇ ਇਹਦੇ ਅਰਥ ਕਰਨੇ ਕੋਣ, ਇੱਕ ਡਰ ਹੈ ਜਿਹੜਾ ਦੁਨਿਆਵੀ ਹੈ। ਉਹ ਦੁਨਿਆਵੀ ਡਰ ਹਰ ਬੰਦੇ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਆਪੀ ਹੋਇਆ ਹੈ। ਉਹ ਬਿਮਾਰੀ ਦਾ ਰੂਪ ਹੋਵੇ, ਉਹ ਮਾਨਸਿਕ ਪਰੇਸ਼ਾਨੀ ਦਾ ਰੂਪ ਹੋਵੇ, ਉਹ ਭਾਵੇਂ ਮੌਤ ਦਾ ਡਰ ਹੋਵੇ, ਉਹ ਡਰ ਸਾਰੀ ਦੁਨੀਆ ਨੂੰ ਵਿਆਪਿਆ ਹੋਇਆ ਹੈ। ਦੂਸਰਾ ਡਰ ਹੈ ਦੀਨੀ। ਦੀਨੀ ਡਰ, ਦੀਨਦਾਰ ਧਰਮ, ਕਿ ਬੰਦੇ ਅੰਦਰ ਧਰਮ ਨੇ ਵੀ ਇੱਕ ਭੈ ਪੈਦਾ ਕੀਤਾ। ਉਹ ਇਸ ਕਰਕੇ ਵੀ ਇਹ ਨਿਰਮਲ ਭਉ ਵਿੱਚ ਜੀਏ। ਦੀਨੀ ਤੇ ਦੈਵੀ ਭੈ ਬੜੇ ਨੇੜੇ ਨੇ। ਜਿਵੇਂ ਅਸੀਂ ਬਾਣੀ 'ਚ ਕਈ ਬਚਨ ਐਸੇ ਪੜ੍ਹਨੇ ਆ ਕਿ ਜਿੱਥੇ ਜੀਵ ਨੂੰ ਕਿਹਾ ਜਾਂਦਾ ਤੂੰ ਆਹ ਕੰਮ ਕਰਨਾ ਪਿਆ, ਤੇ ਧਰਮ ਕਹਿੰਦਾ ਤੈਨੂੰ ਇਸ ਕਰਮ ਦੀ ਆਹ ਸਜ਼ਾ ਮਿਲੇਗੀ। ਡਰਾਇਆ ਜਾਂਦਾ ਹੈ ਨਾ ਜੀ, ਡਰ ਦਿੱਤਾ ਹੈ। ਜਿਵੇਂ ਅਸੀਂ ਪਾਠ ਕਰਨੇ ਆ, ਪਾਪੀ ਕਰਮ ਕਮਾਮ ਦੇ, ਕਰਦੇ ਖਾਏ ਖਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮਥੈ ਧਰਮ ਰਾਏ। ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਜਿਵੇਂ ਅਸੀਂ ਦੁੱਧ ਰਿੜਕਨੇ ਆ, ਮਧਾਣੀ ਦਹੀਂ ਨੂੰ ਮੱਥਦੀ ਹੈ। ਪਿਆਰਿਓ, ਇਸੇ ਤਰ੍ਹਾਂ ਪਾਪ ਕਰਨ ਵਾਲੇ ਬੰਦੇ ਜਿਹੜੇ ਨੇ ਉਹ ਮੱਥੇ ਜਾਣਗੇ। ਜਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਪੜ੍ਹਨੇ ਆ, ਆਸਾ ਕੀ ਵਾਰ ਦੀ ਇਹ ਪੌੜੀ, ਕਿ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਧਾਇਆ, ਵੱਡਾ ਹੋਵਾ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ, ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰਵਾਇਆ। ਇਹ ਵੀ ਤੇ ਇੱਕ ਭੈ ਹੈ ਨਾ, ਮਨ ਅੰਧੇ ਜਨਮ ਗਵਾਇਆ। ਇੱਕ ਉਹ ਭੈ ਹੈ ਜਿਹੜਾ ਦੀਨੀ ਭੈ ਹੈ, ਜਿਹੜਾ ਬਾਣੀ ਵਿੱਚ ਅਨੇਕਾਂ ਮਹਾਂਪੁਰਖਾਂ ਨੇ ਕਿਹਾ। ਬਾਬਾ ਫਰੀਦ ਸਾਹਿਬ ਨੇ ਇਸ ਭੈ ਦਾ ਬੜਾ ਜ਼ਿਕਰ ਕੀਤਾ। ਵੇਖ ਕਪਾਹੈ ਜੇ ਥੀਆ ਜੇਸੀਆ ਜੇ ਸਿਰ ਥੀਆ ਤਿਲਾਹ, ਕੰਮ ਆਦੇ ਅਰ ਕਾਗ ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤਿਨਾ। ਬਾਬਾ ਜੀ ਦਾ ਸ਼ਲੋਕ ਹੈ ਕਿ ਕਪਾਹ ਵੇਲਣੇ ਵਿੱਚ ਵੇਲੀ ਜਾਂਦੀ ਹੈ, ਕਮਾਦ ਕੋਲੂ ਵਿੱਚ ਪੀੜਿਆ ਜਾਂਦਾ ਹੈ, ਤਿਲ ਜਿਹੜਾ ਉਹ ਵੀ ਕਹਾਣੀ 'ਚ ਪਾ ਕੇ ਪੀੜਿਆ ਜਾਂਦਾ ਹੈ, ਕੋਇਲੇ ਜਿਹੜੇ ਨੇ ਉਹਨਾਂ ਨੂੰ ਤਪਾ ਕੇ ਦੁਬਾਰਾ ਫਿਰ ਅੱਗ ਲਾਉਂਦੇ ਨੇ। ਇਹ ਇੰਨੀਆਂ ਉਦਾਹਰਨਾਂ ਬਾਹਰ ਦੀਆਂ ਦੀਨੀ ਭੈ ਕਰਕੇ ਨੇ ਕਿ ਬੰਦਿਆ ਜੇ ਮਾੜੇ ਅਮਲ ਕਰੇਗਾ ਤੇ ਤੇਰੀ ਵੀ ਹਾਲਤ ਜਾਂ ਤੇਰੇ ਨਾਲ ਵੀ ਇਹ ਬੀਤੇਗੀ। ਇਹ ਇਸ ਕਰਕੇ ਕਿ ਬੰਦਾ ਰੱਬ ਦੇ ਨਿਰਮਲ ਭਉ ਵਿੱਚ ਜੀਏ। ਜਿਹੜਾ ਇੱਥੇ ਵੇ ਨਾ ਜੀਓ ਟਰ ਦਰਤ ਹੈ ਆਪਣਾ, ਗੁਰਮੁਖੋ ਇਹ ਨਿਰਮਲ ਭਉ ਹੈ। ਇਹ ਕਿਸੇ ਪਵਿੱਤਰ ਹਿਰਦੇ ਵਿੱਚ ਪੈਦਾ ਹੁੰਦਾ ਹੈ। ਇਹ ਡਰ ਜਦੋਂ ਪੈਦਾ ਹੁੰਦਾ ਉਦੋਂ ਬਾਕੀ ਡਰ ਮਰਦੇ ਨੇ। ਇਸ ਡਰ ਵਿੱਚ ਫਿਰ ਅੰਦਰ ਪਰਮਾਤਮਾ ਵਾਲੇ ਪਾਸੇ ਤੁਰਦਾ। ਇਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਜਦੋਂ ਨਿਰਮਲ ਭਉ ਪੈਦਾ ਹੋ ਜਾਏ ਉਦੋਂ ਦੁਨੀਆ ਦੇ ਡਰ ਆਪਣੇ ਆਪ ਹੀ ਉਹਦੇ ਵਿੱਚ ਖੱਪ ਜਾਂਦੇ ਨੇ, ਉਹਦੇ ਵਿੱਚ ਸਮਾ ਜਾਂਦੇ ਨੇ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪੇ ਪ੍ਰਸ਼ਨ ਕੀਤਾ ਕਿ ਸਾਡਾ ਅੰਦਰ ਸਾਡਾ ਜੀਓ ਜਿਹੜਾ ਉਹ ਡਰ ਰਿਹਾ ਹੈ, ਕਿਸ ਅੱਗੇ ਜਾ ਕੇ ਪੁਕਾਰ ਕਰੀਏ। ਤੇ ਨਾਲ ਫਿਰ ਉੱਤਰ ਦਿੱਤੋ ਨੇ, ਇਸ ਡਰ ਤੋਂ ਜੇ ਕੋਈ ਬਚਾ ਸਕਦਾ ਹੈ, ਇਸ ਡਰ ਦੀ ਕੋਈ ਮੁਕਤੀ ਦੇ ਸਕਦਾ ਹੈ, ਉਹ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਆਓ ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੁਰਬ, ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖ
ਹਰ ਜਗ੍ਹਾ ਤੇ ਬੈਠੇ ਭਾਵਨਾ ਸ਼ਰਧਾ ਪੂਰਨ ਅਕੀਦੇ ਨਾਲ ਮਨਾ ਰਹੇ ਨੇ। ਭਾਵੇਂ ਇਤਿਹਾਸ ਦੀਆਂ ਘਟਨਾਵਾਂ ਉਹੀ ਨੇ। ਨਨਕਾਣਾ ਸਾਹਿਬ ਦੀ ਧਰਤੀ, ਜਿਸ ਨੂੰ ਉਸ ਵਕਤ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਦੋਂ ਆਗਮਨ ਹੋਇਆ, ਚਲੋ ਜਦੋਂ ਇਤਿਹਾਸਕਾਰ ਇਤਿਹਾਸ ਲਿਖੇਗਾ ਵਾਰਤਕ, ਤੇ ਉਹ ਹਿਸਟੋਰੀਅਨ ਜਿਹੜਾ ਜਾਂ ਤਵਾਰੀਖ ਲਿਖਣ ਵਾਲਾ ਹੈ, ਉਹ ਕੁਦਰਤੀ ਤੌਰ ਤੇ ਉਸ ਵਕਤ ਦਾ ਉਸ ਸਮੇਂ ਦਾ ਵਰਤਾਰਾ ਕੀ ਸੀ ਉਹ ਆਪਣੀ ਲਿਖਤ ਵਿੱਚ ਜ਼ਰੂਰ ਕਹੇਗਾ ਵੀ ਉਦੋਂ ਰਾਜ ਕਿੰਨਾ ਦਾ ਸੀ, ਉਦੋਂ ਰਾਜ ਪ੍ਰਬੰਧ ਕਿਹੋ ਜਿਹਾ ਸੀ, ਉਦੋਂ ਕਿਹੜੇ ਕਿਹੜੇ ਧਰਮ ਸਨ, ਉਦੋਂ ਲੋਕਾਂ ਦਾ ਵਰਤਨ ਵਿਹਾਰ ਕੀ ਸੀ, ਉਦੋਂ ਧਰਮ ਦੇ ਕਿਹੜੇ ਕਿਹੜੇ ਆਗੂ ਸਨ, ਉਹ ਧਰਮ ਦੇ ਲੋਕਾਂ ਦਾ ਕਿਰਦਾਰ ਕੈਸਾ ਸੀ, ਕਰੈਕਟਰ ਕੈਸਾ ਸੀ। ਕੁਦਰਤੀ ਤੌਰ ਤੇ ਵਾਰਤਕ ਹਿਸਟਰੀ ਲਿਖਣ ਵਾਲਾ ਜਾਂ ਕਾਵਿ ਲਿਖਣ ਵਾਲਾ ਕਵਿਤਾ ਵਿੱਚ ਵੀ ਉਹ ਇਹਨਾਂ ਗੱਲਾਂ ਦਾ ਜ਼ਿਕਰ ਜ਼ਰੂਰ ਕਰੇਗਾ। ਤੇ ਮੇਰੇ ਮਨ ਚ ਆਇਆ ਜੀ, ਇਹ ਮੇਰੇ ਗੁਰੂ ਨਾਨਕ ਬਾਬਾ ਜੀ ਨੇ ਨਾ ਜੀ, ਹੋਰ ਕਿਸੇ ਵੱਲ ਆਪਾਂ ਨਾ ਵੀ ਝਾਤੀ ਮਾਰੀਏ, ਕੇਵਲ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹ ਲਈਏ, ਪਿਆਰਿਓ ਸੱਚ ਇਹ ਵੇ ਬਾਬਾ ਜੀ ਦੀ ਬਾਣੀ ਸਾਰਿਆਂ ਪੱਖਾਂ ਤੋਂ ਚਾਨਣ ਪਾ ਦੇਗੀ। ਮਹਾਰਾਜ ਦੱਸ ਦੇਣਗੇ ਉਸ ਵਕਤ ਦਾ ਰਾਜਨੀਤਿਕ ਵਰਤਾਰਾ ਕੀ ਸੀ, ਉਸ ਵਕਤ ਦੇ ਧਰਮ ਅਸਥਾਨਾਂ ਦੀ ਹਾਲਤ ਕੀ ਸੀ, ਉਸ ਵਕਤ ਦੇ ਧਰਮ ਅਸਥਾਨ ਤੇ ਬੈਠੇ ਲੋਕ ਹੀ ਹੋ ਜਿਹੇ ਸਨ, ਉਸ ਵਕਤ ਧਰਮ ਦੇ ਚਿੰਨ੍ਹਾਂ ਦੀ ਕੀ ਮਹੱਤਤਾ ਸੀ। ਗੁਰੂ ਨਾਨਕ ਸਾਹਿਬ ਆਪਣੀ ਬਾਣੀ 'ਚ ਸਾਰੀ ਬਖਸ਼ਿਸ਼ ਕਰਨਗੇ। ਥੋੜਾ ਜਿਹਾ ਇੱਕ ਬੇਨਤੀ ਮੈਂ ਪਿਛਲੇ ਸਾਲ ਨਨਕਾਣਾ ਸਾਹਿਬ ਵੀ ਔਰ ਸੁਲਤਾਨਪੁਰ ਵੀ ਕੀਤੀ, ਬਾਬਾ ਜੀ ਦੇ 550 ਸਾਲਾਂ ਤੇ, ਸ਼ਾਇਦ ਇੱਥੇ ਵੀ ਕੀਤੀ। ਦੇਖੋ ਜਿਹੜੀ ਅਸੀਂ ਇਹ ਪੌੜੀ ਭਾਈ ਗੁਰਦਾਸ ਸਾਹਿਬ ਦੀ ਪੜ੍ਹਨੇ ਆ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਵਾ, ਸਿੱਧ ਆਸਨ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਵਾ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਣ ਸੋਵਾ, ਸਿੱਧ ਆਸਨ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਵਾ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਵਾ। ਚਲੋ ਇਸ ਪੌੜੀ 'ਚ ਆਪਾਂ ਬਚਨ ਪੜ੍ਹਨੇ ਆ। ਥੋੜੀ ਜਿਹੀ ਮੈਂ ਇੱਕ ਬੇਨਤੀ ਕਰਾਂਗਾ। ਪਹਿਲੀਆਂ ਜਿਹੜੀਆਂ 3 ਤੁਕਾਂ ਨੇ ਨਾ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਪਹਿਲੀ ਤੁਕ। ਦੂਜੀ ਤੁਕ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਤੀਸਰੀ ਤੁਕ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਵਾ। ਠੀਕ ਹੈ, ਗਾਉਣ ਵਾਲੇ ਭਾਵੇਂ ਵਿਸ਼ਰਾਮ ਇੱਥੇ ਲਾ ਦੇਣ, ਕਿਉਂਕਿ ਉਹ ਮਾਤਰਾ ਉਹਨਾਂ ਆਪਣੀ ਸਥਾਈ ਨੂੰ ਪੂਰੇ ਕਰਨ ਲੱਗੇ ਜਾਂ ਅੰਤਰੇ ਲਈ, ਕਿ ਸਿੰਘ ਬੁੱਕੇ ਮਿਰਗਾਵਲੀ। ਜਦੋਂ ਕਥਾ ਕਰਨ ਵਾਲੇ ਅਰਥ ਕਰਨਗੇ ਉਹ ਇਹੀ ਕਹਿਣਗੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਵਾ। 3 ਤੁਕਾਂ ਖਾਸ ਤਵੱਜੋ ਮੰਗਦੀਆਂ ਨੇ। ਮੈਂ ਇਸ ਸੰਬੰਧੀ ਇੱਕ ਵਾਰ ਅਰਜ਼ ਕੀਤੀ ਸੀ। ਇੱਥੇ ਭਾਈ ਸਾਹਿਬ ਜੀ ਨੇ ਨਾ ਜੀ, ਜਿੱਥੇ ਸਤਿਗੁਰ ਨਾਨਕ ਪ੍ਰਗਟਿਆ ਉਹਦੇ ਨਾਲ ਧੁੰਦ ਦਾ ਜ਼ਿਕਰ ਕੀਤਾ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਧੁੰਦ ਮਿੱਟੀ, ਸੰਸਾਰ ਤੇ ਚਾਨਣ ਹੋ ਗਿਆ। ਹੁਣ ਅੱਗੇ ਫਿਰ ਜਦੋਂ ਸਤਿਗੁਰੂ ਤਾਰਿਆਂ ਦਾ, ਭਾਈ ਸਾਹਿਬ ਤਾਰਿਆਂ ਦਾ ਜ਼ਿਕਰ ਕਰਨਗੇ ਤੇ ਹਨੇਰੇ ਦਾ ਜ਼ਿਕਰ ਕਰਨਗੇ, ਉੱਥੇ ਸਤਿਗੁਰੂ ਨਾਨਕ ਪ੍ਰਗਟਿਆ ਦੀ ਥਾਂ ਤੇ ਉਹਨਾਂ ਨੇ ਲਫ਼ਜ਼ ਵਰਤਿਆ, ਜਿਉਂ ਕਰ ਸੂਰਜ ਨਿਕਲਿਆ। ਸੁਣਿਓ ਇਸ ਬੇਨਤੀ ਨੂੰ। ਪਹਿਲਾਂ ਸਤਿਗੁਰੂ ਨਾਨਕ ਪ੍ਰਗਟਿਆ ਤੇ ਧੁੰਦ ਮਿਟੀ, ਸੂਰਜ ਨਿਕਲਿਆ, ਅੰਧੇਰਾ ਅਲੋਪ ਹੋ ਗਿਆ ਤੇ ਤਾਰੇ ਛਿਪ ਗਏ। ਅੰਧੇਰਾ ਬਿਨਸ ਗਿਆ, ਤਾਰੇ ਬਿਨਸੇ ਨਹੀਂ, ਅਲੋਪ ਹੋ ਗਏ, ਛਿਪ ਗਏ। ਤੀਸਰਾ ਬਚਨ ਉਹਨਾਂ ਨੇ ਕਿਹਾ ਵੀ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ। ਸਿੰਘ ਬੁੱਕੇ, ਜਦੋਂ ਸ਼ੇਰ ਗਰਜਿਆ, ਸ਼ੇਰ ਨੇ ਦਹਾੜ ਮਾਰੀ ਤੇ ਮਿਰਗਾਂ ਦੀਆਂ ਡਾਰਾਂ ਜਿਹੜੀਆਂ ਨੇ ਉਹ ਭੱਜਦੀਆਂ ਜਾਂਦੀਆਂ ਨੇ, ਉਹਨਾਂ ਦੇ ਅੰਦਰ ਨੂੰ ਧੀਰਜ ਟਿਕਾ ਹੀ ਨਹੀਂ ਆਉਂਦਾ ਪਿਆ, ਇੰਨਾ ਭੈ ਆ ਗਿਆ ਹੈ। 3 ਬਚਨ ਖਾਸ ਕਰਕੇ ਜੀ ਇਹ ਭਾਈ ਸਾਹਿਬ ਨੇ ਜਿੰਨੀ ਕੁ ਸੋਝੀ ਹੈ, ਕੋਈ ਇਹ ਨਹੀਂ ਕਿ ਮੈਂ ਇਸ ਅਸਥਾਨ ਤੇ ਬੈਠ ਕੇ ਕੋਈ ਦਾਵਾ ਕਰਾਂ ਜੀ ਮੈਨੂੰ ਬਹੁਤ ਕੁਝ ਪਤਾ ਹੈ। ਮੈਂ ਸੱਚ ਕਹਿਣਾ, ਗੁਰਮੁਖੋ ਹਜ਼ੂਰ ਦੀ ਇਹਨੂੰ ਵਿਖਾਵੇ ਦੀ ਨਿਮਰਤਾ ਨਾ ਸਮਝਿਓ,
ਜਿੰਨੇ ਵੱਡੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਅਸੀਂ ਅਸੰਖਾਂ ਜਨਮ ਲੈ ਕੇ ਵੀ ਆਪਣੇ ਬਾਬੇ ਦੀ ਪੂਰੀ ਗੱਲ ਨਹੀਂ ਕਰ ਸਕਦੇ। ਉਹ ਇੰਨੇ, ਇਸੇ ਕਰਕੇ ਭਾਈ ਸਾਹਿਬ ਨੇ ਕਿਹਾ, ਕਹਿੰਦੇ ਸਿੱਧ ਇੰਨੇ ਕਰਾਮਾਤੀ, ਸਿੱਧਾਂ ਦੀਆਂ ਇੰਨੀਆਂ ਕਮਾਈਆਂ। ਉਹਨਾਂ ਨੇ ਵੀ ਕਹਿ ਦਿੱਤਾ ਸੀ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਸ ਦੀ ਕਮਾਈ ਦਾ ਕੋਈ ਪਾਰਾਵਾਰ ਨਹੀਂ। ਮੈਂ ਫਿਰ ਉਸੇ ਵਿਸ਼ੇ ਤੇ ਆਉਣ ਲੱਗਾ ਕਿ ਇੱਕ ਧੁੰਦ, ਇੱਕ ਹਨੇਰਾ, ਤੀਸਰੇ ਤਾਰੇ, ਚੌਥਾ ਸ਼ੇਰ ਤੇ ਮਿਰਗ। ਤਿੰਨ ਭਾਈ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਇੱਥੇ। ਤੇ ਦਾਸ ਕਈ ਵਾਰੀ ਬੇਨਤੀ ਕਰਦਾ, ਹੁਣ ਸਿਆਲ ਸਰਦੀ ਸ਼ੁਰੂ ਹੋਣੀ ਹੈ। ਆਪ ਨੂੰ ਪਤਾ ਹੈ ਵੀ ਹੁਣ ਤੋਂ ਪਹਿਲਾਂ ਜਿਹੜੇ ਆ 8-9 ਮਹੀਨੇ ਨਿਕਲੇ ਆ, ਇਉਂ ਸਮਝ ਲਓ ਵੀ ਆਪਾਂ ਜੇ ਚੇਤ ਤੋਂ ਲੈ ਕੇ ਹੁਣ ਤੱਕ, ਫੱਗਣ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਜਿਹੜੇ ਮਹੀਨੇ ਨਿਕਲੇ ਆ, ਰਾਤ ਪੈਂਦੀ ਏ ਤੇ ਹਨੇਰਾ ਹੋ ਜਾਂਦਾ। ਕਦੀ ਚਾਨਣਾ ਪੱਖ ਹੁੰਦਾ ਤੇ ਚੰਦਰਮਾ ਹੁੰਦਾ। ਜੇ ਮੱਸਿਆ ਵਾਲੀ ਰਾਤ ਆਉਂਦੀ ਏ ਉਹ ਕਾਲਾ ਹਨੇਰਾ ਹੁੰਦਾ। ਪੂਰਨਮਾਸ਼ੀ ਤੋਂ ਬਾਅਦ ਅੰਧਕਾਰ ਪੈਸਣ ਲੱਗ ਪੈਂਦਾ। ਪਰ ਆਪ ਸਭ ਨੂੰ ਪਤਾ ਹੈ ਵੀ ਇੱਕ ਹਨੇਰਾ ਉਹ ਵੇ ਜਿਹੜਾ ਰਾਤ ਦਾ ਹੈ, ਜਿਹੜਾ ਚਿੱਟੇ ਰੰਗ ਦਾ ਨਹੀਂ, ਸ਼ਵੇਤ ਰੰਗ ਦਾ ਨਹੀਂ। ਉਹ ਹਨੇਰੇ ਦਾ ਰੰਗ ਜਿਹੜਾ ਉਹ ਕਾਲਾ ਹੈ, ਹੱਥ ਪਸਾਰਿਆਂ ਨਜ਼ਰ ਨਹੀਂ ਆਉਂਦਾ। ਪੈਰ ਜਿਹੜੇ ਨੇ ਚੱਲਨੇ ਆ, 1 ਫੁੱਟ ਜ਼ਮੀਨ ਨਹੀਂ ਦਿਸਦੀ ਹਨੇਰੇ ਦੇ ਵਿੱਚ, ਕਾਲੇ ਹਨੇਰੇ 'ਚ। ਪਰ ਆ ਹੁਣ ਸਰਦੀ ਸ਼ੁਰੂ ਹੋ ਜਾਣੀ ਹੈ। ਹੋਰ ਮਹੀਨੇ ਤੱਕ ਜਾਂ 15-20 ਦਿਨਾਂ ਤੱਕ ਆਪ ਜੀ ਦੇਖੋਗੇ ਰਾਤ ਨੂੰ, ਸੰਧਿਆ ਨੂੰ ਸਾਡੇ ਇਸ ਪੰਜਾਬ ਵਿੱਚ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ। ਰਾਤ ਕਾਲੀ ਹੈ, ਪਰ ਜਦੋਂ ਧੁੰਦ ਪੈਂਦੀ ਹੈ ਪਿਆਰਿਓ, ਉਸ ਧੁੰਦ ਦਾ ਰੰਗ ਜਿਹੜਾ ਸ਼ਵੇਤ ਹੈ ਉਹ ਚਿੱਟੇ ਰੰਗ ਦਾ ਹੈ। ਧੁੰਦ ਦਾ ਰੰਗ ਸਫੇਦ ਹੈ। ਉਂਝ ਜੇ ਧੁੰਦ ਨਹੀਂ ਤੇ ਮੱਸਿਆ ਦੀ ਰਾਤ ਜਿਹੜੀ ਉਹ ਕਾਲੀ ਹੈ, ਅੰਧੇਰੀ ਹੈ। ਪਰ ਆਪ ਯਾਦ ਰੱਖੋ ਕਿ ਜਦੋਂ ਧੁੰਦ ਨਹੀਂ ਹੋਵੇਗੀ, ਆਪਾਂ ਦੀਵਾ ਬਾਲ ਕੇ ਤੁਰ ਪਾਂਗੇ ਤੇ ਹਨੇਰਾ ਖਤਮ ਹੋ ਜਾਏਗਾ। ਧੁੰਦ ਨਹੀਂ ਹੋਵੇਗੀ ਤੇ ਗੱਡੀ ਦੀਆਂ ਜਿਹੜੀਆਂ ਬੱਤੀਆਂ ਨੇ ਆਪਾਂ ਜਗਾਵਾਂਗੇ ਤੇ ਹਨੇਰਾ ਚਲਾ ਜਾਏਗਾ। ਕਾਲਾ ਹਨੇਰਾ ਜਿਹੜਾ ਉਹ ਦੀਵਾ ਬਾਲਣ ਦੇ ਨਾਲ ਚਲਾ ਜਾਂਦਾ ਹੈ। ਪਰ ਗੁਰਮੁਖੋ, ਜਿਸ ਰਾਤ ਨੂੰ ਧੁੰਦ ਪੈ ਜਾਏ, ਜਿੰਨੀਆਂ ਮਰਜ਼ੀ ਬੱਤੀਆਂ ਬਾਲ ਲੋ, ਧੁੰਦ ਜਿਹੜੀ ਏ ਉਹ ਬੱਤੀਆਂ ਦੀ ਲਾਈਟ ਦੀ ਪੇਸ਼ ਹੀ ਨਹੀਂ ਜਾਣ ਦਿੰਦੀ। ਕਈ ਵਾਰੀ ਤਾਂ ਇੰਨੀ ਗਹਿਰੀ ਧੁੰਦ ਪੈਂਦੀ ਏ ਕਿ ਸਾਰਾ ਦਿਨ ਸੂਰਜ ਅਸਮਾਨ ਤੇ ਨਿਕਲ ਕੇ ਛਿਪ ਵੀ ਜਾਂਦਾ ਹੈ ਤੇ ਬਾਹ ਪਸਾਰਿਆਂ ਨਜ਼ਰ ਨਹੀਂ ਆਉਂਦਾ। ਉਹ ਧੁੰਦ ਵੀ ਇੱਕ ਹਨੇਰਾ ਹੈ, ਪਰ ਉਹ ਕਾਲੇ ਹਨੇਰੇ ਤੋਂ ਵੱਧ ਖਤਰਨਾਕ ਹੈ। ਇੱਥੇ ਭਾਈ ਸਾਹਿਬ ਨੇ ਜਿਹੜੇ ਇਹ ਰਮਜ਼ ਪਾਈਏ, ਇਹ ਕੱਲਾ ਧੁੰਦ ਆ ਨਹੀਂ ਅਰਥ। ਹੁਣ ਜੇ ਕੋਈ ਕਹੇ ਜੀ ਬਾਬਾ ਜੀ ਦਾ ਗੁਰਪੁਰਬ, ਧੁੰਦ ਫਿਰ ਝਾੜ ਦੇਣੀ ਚਾਹੀਦੀ, ਕਿਉਂਕਿ ਜਿੰਨੇ ਵੀ ਪ੍ਰਤੀਕ ਜਾਂ ਉਦਾਹਰਨਾਂ ਜਾਂ ਬਿੰਬ ਵਰਤੇ ਜਾਂਦੇ ਨੇ, ਉਹਨਾਂ ਦੇ ਕੋਈ ਅੰਦਰੂਨੀ ਅਰਥ ਹੁੰਦੇ ਆ, ਉਹਨਾਂ ਦੇ ਆਪਣੇ ਗਹਿਰੇ ਅਰਥ ਨੇ। ਦਾਸ ਬੇਨਤੀ ਕਰਦਾ ਹੁੰਦਾ ਪਿਆਰਿਓ, ਧੁੰਦ ਵੀ ਹਨੇਰਾ ਹੈ, ਧੁੰਦ ਤੋਂ ਬਿਨਾਂ ਮੱਸਿਆ ਦੀ ਰਾਤ ਵੀ ਹਨੇਰਾ ਹੈ। ਪਰ ਦੋਨਾਂ 'ਚ ਇੰਨਾ ਫਰਕ ਹੈ, ਮੱਸਿਆ ਦੀ ਕਾਲੀ ਰਾਤ ਕਾਲਾ ਹਨੇਰਾ ਹੈ, ਧੁੰਜ ਪੈਦੇ ਤੇ ਚਿੱਟਾ ਹਨੇਰਾ ਹੈ। ਕਾਲਾ ਹਨੇਰਾ ਖਤਰਨਾਕ ਹੈ, ਪਰ ਦੀਵੇ ਸਾਹਮਣੇ ਉਹ ਟਿਕਦਾ ਨਹੀਂ, ਉਹ ਉੱਡ ਪੁੱਡ ਜਾਂਦਾ ਹੈ, ਹਨੇਰਾ ਮੁੱਕ ਜਾਂਦਾ ਹੈ। ਦੀਵਾ ਬਲੇ ਅੰਧੇਰਾ ਜਾਏ, ਪਰ ਧੁੰਦ ਇੰਨੀ ਖਤਰਨਾਕ ਹੈ, ਉਹ ਕਈ ਵਾਰੀ ਸੂਰਜ ਦੀਆਂ ਕਿਰਨਾਂ ਦੀ ਪੇਸ਼ ਨਹੀਂ ਜਾਣ ਦਿੰਦੀ। ਇਹ ਧੁੰਦ ਕੀ ਸੀ ਜੀ ਉਸ ਵੇਲੇ? ਇਹ ਕਾਲਾ ਹਨੇਰਾ ਕੀ ਸੀ? ਇੰਜ ਪ੍ਰਤੀਤ ਹੁੰਦਾ। ਸਤਿਗੁਰੂ ਦੇ ਪਿਆਰੇ ਸਿੱਖ ਭਾਈ ਸਾਹਿਬ ਨੇ ਜਦੋਂ ਜ਼ਿਕਰ ਕੀਤਾ, ਉਹ ਕਹਿੰਦੇ ਨੇ ਧੁੰਦ ਚਿੱਟੀ ਉਹ ਲੋਕ ਸਨ ਜਿਹੜੇ ਧਰਮ ਅਸਥਾਨਾਂ ਉੱਤੇ ਬੈਠੇ ਸਨ, ਪਰ ਧਰਮੀ ਨਹੀਂ ਸਨ। ਵਾਹਿਗੁਰੂ ਜੀ ਬੇਨਤੀ ਸੁਣਿਓ, ਧਰਮ ਚਿੰਨ੍ਹ ਧਾਰਨ ਕੀਤੇ ਸਨ, ਪਰ ਚਿੰਨ੍ਹਾਂ ਦੀ ਸਮਝ ਕੋਈ ਨਹੀਂ ਸੀ, ਅਰਥ ਨਹੀਂ ਸਨ। ਧਰਮ ਗ੍ਰੰਥਾਂ ਦੀ ਵਿਆਖਿਆ ਕੋਲ ਜ਼ਰੂਰ ਸੀ, ਪਰ ਇੱਕ ਦੂਜੇ ਦਾ ਅਪਮਾਨ ਕਰ ਰਹੇ ਸਨ। ਸੱਚ ਇਹ ਵੇ, ਚਿੱਟੀ ਧੁੰਦ ਉਹ ਲੋਕ ਜਿਹੜੇ ਰੱਬ ਦੇ ਨਾਂ ਤੇ, ਧਰਮ ਦੇ ਨਾਂ ਤੇ ਜਾਂ ਮਜ਼ਹਬ ਦੇ ਨਾਂ ਤੇ ਆਪਣਾ ਪ੍ਰਸ਼ਾਦਾ ਪਾਣੀ ਚਲਾਉਂਦੇ ਨੇ। ਪਰ ਗੁਰੂ ਜੀ ਕਹਿੰਦੇ ਨੇ ਇਹ ਉਹ ਲੋਕ ਨੇ ਜਿਹੜੇ ਚਿੱਟੇਪਨ ਦਾ ਭੁਲੇਖਾ ਪਾਉਂਦੇ ਨੇ, ਧਰਮ ਦਾ ਭੁਲੇਖਾ ਪਾਉਂਦੇ ਨੇ, ਅੰਦਰੋਂ ਧਰਮੀ ਹੈ ਨਹੀਂ। ਤੇ ਕਾਲਾ ਹਨੇਰਾ ਉਹ ਵੇ ਜਿਨ੍ਹਾਂ ਲੋਕਾਂ ਨੂੰ ਧਰਮ ਦੀ ਸੋਝੀ ਕੋਈ ਨਹੀਂ, ਕੇਵਲ ਪਾਪਾਂ ਦੇ ਵਿੱਚ ਹੀ ਗਰਸੇ ਹੋਏ। ਮੈਂ ਅਰਜ਼ ਕਰਾਂ, ਗੁਰੂ ਸਾਹਿਬ ਦੀ ਬਾਣੀ ਜਦੋਂ ਧੁੰਦ ਵੇਖੀਏ ਨਾ, ਤੇ ਗੁਰੂ ਨਾਨਕ ਸਾਹਿਬ ਦਾ ਧਨਾਸਰੀ ਰਾਗ ਵਿੱਚ ਇੱਕ ਬਚਨ ਹੈ ਜੀ,
मैं किसी ते ला के नहीं कोई गल करांगा। गुरमुखो, जदों गुरु नानक साहब दी बाणी पढ़ीए ते सिखो अपने आप नूं, मैं भी ये नहीं कि केवल आप जी नूं भी, मैं भी अपने आप नूं उहदे विच शामिल करां कि जे गुरु नानक काजी नूं, जोगी नूं, ब्राह्मण नूं कहिंदे ने भाई जी, सिख जी, ये बचन तेरे उत्ते भी लागू हुंदा है। तू इस करके प्रसन्न होना कि बाबा जी ने काजी नूं ये कहा, हिंदी नूं आ कहा, ब्राह्मण नूं आ कहा। ओ गुरमुखा, सच ये वे कि उस शब्द के अंतरी भाव नूं समझ, जो कुछ काजी ते ब्राह्मण नूं क्या, हिंदू नूं क्या, जोगी नूं क्या, वो तेनू भी कह दिता जे तू चंगे अमल नहीं रखेगा। वो धुंध की बाबा जी ने क्या, कादी कूड़ बोल मल खाए। मैं इस करके कोई दूजा प्रमाण किसी इतिहासकार का नहीं लिया, किन्ने मंदिर टट्ठे, किन्ने किन्ने पाप होए, की कुछ होया। आपां सिर्फ बाबा जी की बाणी तो पुछने, महाराज धर्म का वरतारा की है? ते गुरु जी कहते हैं कादी कूड़ बोल मल खाए। काजी झूठ बोलता है, जदों फैसले सुनांदा है रिश्वत लै लै के फैसले बदल दिंदा है। आप जी नूं पता होना है, हजरत मुहम्मद साहब जी तो बाद ਜਿਹੜੇ इस्लाम ਦੇ फैसले सन, जजमेंट ਦਿੱਤੀ ਜਾਂਦੀ ਸੀ, ਉਹ ਖਲੀਫਾ ਦਿੰਦਾ ਸੀ। ਜਦੋਂ इस्लाम बहुत ज़्यादा फैल गया तो ये ਜਿਹੜੇ फैसले ने इस्लाम ਦੇ, ਇਹ फिर काजी देन लग पिया। मुल्ला फैसला नहीं दे सकता, मुफ्ती ते काजी ही फैसले सुणांदा हुंदा है। काजी सामने जदों रखिया जांदा है, फिर वो कुरान नूं पढ़दा है, वो हदीस नूं देखदा है। कुरान ते हदीस नूं देखण तो बाद जिहड़ा सच्चा काजी है, वो हजरत मुहम्मद साहब जी का जिहड़ा पैरोकार है, वो सचमुच इंसाफ करेगा। ते गुरु जी कहंदे ने इत्थे धुंध ये वापर गई, काजी इंसाफ की कुर्सी ते बैठा है, वो रिश्वत लै लै के सच्चियां विचारियां नूं सूली चाढ़ी जांदा है, झूठे बंदियां नूं बरी करी जांदा है। महाराज कहंदे वो तां धर्म का फैसला करना उन्हें, क्योंकि कुरान नूं देख के उन्हें फैसले सुनाने ने। अर्ज करा, बाबा जी कहते हैं कादी कूड़ बोल मल खाए, ब्राह्मण नहावे जियां काहे। दूसरा है ब्राह्मण, वो सच्ची मुच्ची वो भी जुल्म करदा पे जीवां ते, वो जीव घात करदा है, पराया हक खोंदा है, हकूमत की चापलूसी करके अपनी कौम नूं नष्ट कराई जांदा है। ते गुरु जी कहते उस तो बाद की करदा है, पराया हक खा के तीर्थां उत्ते इशनान करन तुरिया जांदा है। ये धुंध नहीं तां होर की है। कादी कूड़ बोल मल खाए, बामण नहावे जियां काए, जोगी जुगत न जाने अंध। जोगी नूं ये पता लगा ध्यान की, शब्द की, नाद की, समाधि की, पर महाराज कहते हैं वो गृहस्थ तो भजदा पिया, जोगी जुगत न जाने अंध। अगे गुरु जी ने कहा ये धुंध है प्यारिओ, तीने ओ जाड़े का बंद। इन्हां तिन्नां ने समाज नूं सिरजना सी, तिन्ने इनू उजाड़दे पए। हुण असीं इस गल तो तां प्रसन्न हो गए। प्यारिओ, धर्म की पदवी कोई होवे, काजी दी होवे, ब्राह्मण दी होवे, सच एवे जिहड़ा धर्म की तकड़ी पकड़ के बेइंसाफी करदा है, गुरु ओनू भी कहेगा तू कूड़ बोलना ते मैल खा रहा है। गुरु साहब ने कहा यह धुंध है, सुनो इस बेनती नूं। उस तो अगे जिवें कादी ब्राह्मण जोगी का जिक्र किया, ये धर्म दे वरतारे का जिक्र किया। उस वक्त का जिहड़ा राज प्रबंध सी, ते एक होर गल, बाणी त्रै काल सत्त है ना जी। असी सारे कहने बाणी सर्वदेशी है, सर्वकालिक है, हर देश विच हर काल च सत्त रहेगी। इनू कोई माई का लाल चुठला नहीं सकता। जे उदों पाप सी ते प्यारिओ पाप अज भी है। महाराज ने जदों राजनीतिक वरतारे का जिक्र अपनी बाणी च कीता ते उन्हां दियां तुकां सब नूं चेते ने, राजे शी मुकदम कुत्ते, जाए जगायन बैठे सुते, चाकर नांदा पायन घाओ, रत पित कुत्तेओ चट जाओ। वैगुरु ये शब्द असी गुरु नानक साहब दे पढ़ रहे हैं, कोई शब्द अपने कोलों नहीं। हजूर ने क्या, राजे जेड़े ने शेर ने, हंसियारे ने, ये जुल्म करते पे ने, ते जेड़े इन्हां दे अगे एहलकार ने राजे शी, ये शेर ने, खूनखार ने, ये सच्ची मुच्ची जुल्म ढांदे पे ने। ते जेड़े इन्हां दे अगे वजीर ने, एहलकार ने, वो हल्के कुत्तियां दी तरह ने। ते जेड़े एहलकारां दे, मंत्रियां दे, वजीरां दे अगे ऑफिसर ने,
ਉਹ ਇਸ ਤਰ੍ਹਾਂ ਨਹੀਂ ਜਿਵੇਂ ਕੁੱਤਿਆਂ ਦੇ ਪੈਰਾਂ ਦੀਆਂ ਨੌਂਦਰਾਂ ਹੋਣ। ਪਹਿਲਾਂ ਰਾਜਾ ਖਾਂਦਾ ਹੈ, ਫਿਰ ਵਜ਼ੀਰ ਖਾਂਦਾ ਹੈ, ਤੇ ਗੁਰੂ ਨਾਨਕ ਕਹਿੰਦਾ ਰਹਿੰਦੀ ਕਸਰ ਆ ਜਿਹੜੇ ਪੰਜੇ ਬਣਾਈ ਬੈਠੇ ਅਫਸਰ ਨੇ ਇਹ ਖਾਈ ਜਾਂਦੇ ਆ। ਮਹਾਰਾਜ ਕਹਿੰਦੇ ਨੇ ਆਹ ਤਾਂ ਰਾਜਨੀਤਿਕ ਵਰਤਾਰਾ ਹੈ। ਤੇ ਉਹ ਜੋ ਉਦੋਂ ਸੱਚ ਸੀ, ਯਾਦ ਰੱਖਿਓ ਅੱਜ ਵੀ ਸੱਚ ਹੈ। ਇਹ ਇਕੱਲੇ ਇਸ ਮੁਲਕ ਦੀ ਗੱਲ ਨਹੀਂ, ਇਹਨੂੰ ਹਰ ਪਾਸੇ ਝਾਤੀ ਮਾਰ ਕੇ ਦੇਖੋ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ, ਬੈਠੇ ਸੁੱਤੇ ਚਾਕਰ ਨਾਮ ਦਾ ਪਾਇਨ, ਘਾਓ ਰਤ ਪਿੱਤ ਕੁੱਤਿਓ ਚਟ ਜਾਓ। ਮਹਾਰਾਜ ਕਹਿੰਦੇ ਨੇ ਇਹ ਰਾਜਨੀਤੀ ਦਾ ਵਰਤਾਰਾ। ਮੈਂ ਸਿਰਫ ਬੜੇ ਸਰਲ ਜਿਹੇ ਬੇਨਤੀ ਕਰਾਂਗਾ। ਅਗਲੀ ਗੱਲ ਇੱਕ ਹੋਰ, ਪਰਿਵਾਰ ਦਾ ਵਰਤਾਰਾ ਕੀ ਹੈ? ਪਰਿਵਾਰ ਵਿੱਚ ਕੀ ਵਰਤਦਾ? ਮਹਾਰਾਜ ਕਹਿੰਦੇ ਰੰਨਾ ਖੋਈਆਂ ਬੋਦੀਆਂ, ਪੁਰਸ਼ ਹੋਏ ਸ਼ਹਿਜ਼ਾਦ। ਹਜ਼ੂਰ ਕਹਿੰਦੇ ਨੇ ਸੀਲ ਸੰਯਮ ਸੁੱਚ ਪੰਨੀ, ਖਾਣਾ ਖਾਜ ਆਹਾਜ, ਸ਼ਰਮ ਕਹਿਆ ਕਰ ਆਪਣੇ ਪੱਤ ਉੱਠ ਚੱਲੀ ਨਾਲ। ਕਹਿੰਦੇ ਪਿਆਰਿਓ ਇੱਥੇ ਔਰਤਾਂ ਦਾ ਵਰਤਾ ਇਹ ਨਹੀਂ ਸਮਝਣਾ ਕਿ ਮਾੜਾ ਕਿਆ ਹੈ। ਇੱਕ ਪੱਖ ਰੱਖਿਆ ਕਿ ਬੰਦੇ ਜਿਹੜੇ ਨੇ ਉਹ ਆਗਿਆਕਾਰੀ ਵਾਸ਼ਨਾ ਅਧੀਨ ਹੋ ਗਏ ਨੇ, ਕਾਮ ਦੀ ਬਿਰਤੀ ਦੇ ਮਾਰੇ ਹੋਏ ਨੇ। ਰੰਨਾ ਖੋਈਆਂ ਬੋਦੀਆਂ, ਪੁਰਸ਼ ਹੋਏ ਸ਼ਹਿਜ਼ਾਦ ਦਾ ਅਰਥ ਸ਼ਿਕਾਰੀ ਹੈ। ਤੇ ਜਦੋਂ ਤੁਸੀਂ ਖਾਲਸੇ ਦੇ ਬੋਲਿਆਂ 'ਚ ਸ਼ਿਕਾਰੀ ਪੜੋਗੇ ਨਾ, ਯਾਦ ਰੱਖਿਓ ਖਾਲਸੇ ਦੇ ਬੋਲਿਆਂ 'ਚ ਸ਼ਿਕਾਰੀ ਉਹਨੂੰ ਕਹਿੰਦੇ ਆ, ਨਿਹੰਗ ਸਿੰਘਾਂ ਨੂੰ ਪਤਾ ਹੈ, ਜਿਹੜਾ ਬੰਦਾ ਵਿਸ਼ਈ ਹੋ ਕੇ ਪਰ ਇਸਤਰੀ ਪਿੱਛੇ ਦੌੜਦਾ ਹੈ। ਮਹਾਰਾਜ ਕਹਿੰਦੇ ਇਹ ਤਾਂ ਵਰਤਾਰਾ ਹੈ। ਰੰਨਾ ਖੋਈਆਂ ਬੋਦੀਆਂ, ਪੁਰਸ਼ ਹੋਏ ਸ਼ਹਿਜ਼ਾਦ, ਸੀਲ ਸੰਯਮ ਸੁੱਚ ਪੰਨੀ, ਖਾਣਾ ਖਾਜ ਆਹਾਜ। ਨਾ ਸੁਸ਼ੀਲਤਾ ਨਾ ਸੁਚਮਤਾ, ਖਾਣਾ ਵੀ ਕੁਝ ਨਹੀਂ ਰਿਹਾ। ਤੇ ਮਹਾਰਾਜ ਕਹਿੰਦੇ ਨੇ ਹੋਇਆ ਕਿ ਸ਼ਰਮ ਗਈ ਘਰ ਆਪਣੇ, ਪੱਤ ਉੱਠ ਚੱਲੀ ਨਾਲ, ਕੋਈ ਸ਼ਰਮ ਧਰਮ ਨਹੀਂ। ਮੈਂ ਬੇਨਤੀ ਕਰਾਂ ਇਹ ਪਰਿਵਾਰ ਦਾ ਵਰਤਾਰਾ। ਫਿਰ ਜੇ ਪੁੱਛਿਆ ਜੀ ਧਰਮ ਸਥਾਨ, ਬਾਬਾ ਜੀ ਨੇ ਕਿਹਾ ਸਿਰਫ ਢਿੱਡ ਦਾ ਸਾਧਨ ਜ਼ਿਆਦਾ, ਇਹ ਆਪਣੇ ਤੇ ਵੀ ਲਾਗੂ ਕਰੀਏ। ਗਿਆਨ ਵਿਖਾਉਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੈ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨਾ ਲੱਗੀਐ ਪਾਏ। ਮਹਾਰਾਜ ਕਹਿੰਦੇ ਇਹ ਸਾਰੀ ਧੁੰਦ ਜੇ ਮੈਂ ਅਰਜ਼ ਕੀਤੀ, ਧੁੰਦ ਉਹ ਲੋਕ ਨੇ ਜਿਹੜਾ ਭੁਲੇਖਾ ਧਰਮ ਦਾ ਪਾਉਂਦੇ ਨੇ ਪਰ ਧਰਮ ਹੈ ਨਹੀਂ। ਉਹ ਸੱਚੀ ਮੁੱਚੀ ਜੋਗੀ ਸੀ, ਕਾਜੀ ਸੀ, ਬ੍ਰਾਹਮਣ ਸੀ, ਪੰਡਤ ਸੀ, ਵਿਦਵਾਨ ਸੀ, ਪਰ ਦੂਜੇ ਪਾਸੇ ਕਾਲਾ ਹਨੇਰਾ ਸੱਜਣ ਠੱਗ ਵਰਗਾ ਸੀ, ਕੌਡੇ ਰਾਖਸ਼ ਵਰਗਾ ਸੀ, ਭੂਮੀਏ ਚੋਰ ਵਰਗਾ ਸੀ, ਜਿਨ੍ਹਾਂ ਲੋਕਾਂ ਨੂੰ ਧਰਮ ਦਾ ਬਿਲਕੁਲ ਕੁਝ ਪਤਾ ਨਹੀਂ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਜੀ ਕਹਿੰਦੇ ਨੇ ਕੁਰਬਾਨ ਜਾਓ। ਪ੍ਰਗਟ ਹੋਇਆ ਉਹਦੇ ਸਾਹਮਣੇ ਨਾ ਧੁੰਦ ਟਿਕ ਸਕੀ, ਉਹਦੇ ਸਾਹਮਣੇ ਨਾ ਹਨੇਰਾ ਟਿਕ ਸਕਿਆ। ਜਦੋਂ ਗੁਰੂ ਨਾਨਕ ਨੇ ਸ਼ਬਦ ਦੀ ਦਹਾੜ, ਸ਼ਬਦ ਦੀ ਆਵਾਜ਼ ਸ਼ੇਰ ਦੀ ਤਰ੍ਹਾਂ ਗਰਜਿਆ, ਪਖੰਡੀ ਇਸ ਤਰ੍ਹਾਂ ਭੱਜੇ ਜਿਵੇਂ ਮਿਰਗਾਂ ਦੀਆਂ ਡਾਰਾਂ ਭੱਜਦੀਆਂ। ਐਸਾ ਸਮਰੱਥ ਮੇਰਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਚਲੋ ਇੱਕ ਤਾਂ ਪੱਖ ਇਹ। ਦੂਜਾ, ਕਿਉਂਕਿ ਅੱਜ ਆਗਮਨ ਹੈ ਸੱਚੇ ਪਾਤਸ਼ਾਹ ਦਾ, ਮੈਂ ਥੋੜਾ ਜਿਹਾ ਜ਼ਿਕਰ ਕਰ ਦਿੱਤਾ ਇਸ ਚੀਜ਼ ਦਾ, ਜ਼ਰੂਰੀ ਵੀ ਸੀ ਜੀ। ਤੇ ਜੋ ਵਰਤਾਰਾ ਉਦੋਂ ਸੀ ਉਹ ਵਰਤਾਰਾ ਅੱਜ ਵੀ ਹੈ ਸਾਡੀ ਕੌਮ ਵਿੱਚ ਵੀ, ਕਿਉਂਕਿ ਅਸੀਂ ਵਕਤੀ ਤੌਰ ਤੇ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਜਿਹੜਾ ਹਾਕਿਮ, ਜਿਹੜਾ ਧਾਰਮਿਕ ਆਗੂ ਆਵਾਮ ਦੀ, ਜਨਤਾ ਦੀ ਗੱਲ ਨਾ ਸੁਣੇ, ਚੇਤੇ ਰੱਖਿਓ ਉਹਨੂੰ ਫਿਰ ਰੱਬ ਗੱਲ ਸੁਣਦੀ ਜਾਚ ਦੱਸਦਾ ਹੈ, ਉਹਨੂੰ ਸੁਣਾਣੀ ਸ਼ੁਰੂ ਕਰ ਦਿੰਦਾ, ਇਸ ਤਰ੍ਹਾਂ ਸੁਣੀ ਦੀ ਹੁੰਦੀ ਹੈ। ਪਰ ਸੱਚ ਤਾਂ ਸੱਚ ਹੈ ਨਾ। ਜੇ ਕਾਜੀ ਰਿਸ਼ਵਤੀ ਹੈ ਤੇ ਜੇ ਆਪਾਂ ਵੀ ਫੈਸਲੇ ਬੈਠ ਕੇ ਬੰਦਿਆਂ ਦੇ ਪ੍ਰਭਾਵ ਥੱਲੇ ਆ ਕੇ, ਖਿਮਾ ਕਰਿਓ ਤਖਤ ਹੀ ਭਾਵੇਂ ਹੋਵੇ, ਕੋਈ ਬੰਦਾ ਵੀ ਹੋਵੇ, ਅੱਜ ਵਕਤੀ ਤੌਰ ਤੇ ਕਹਿ ਦਿਆਂਗੇ ਨਹੀਂ ਜੀ ਨਹੀਂ, ਇਹ ਛੱਡੋ, ਇਹ ਗੱਲ ਨਾ ਕਰਿਆ ਜੇ, ਮੈਂ ਨਾ ਕਰਾਂਗਾ, ਕੋਈ ਹੋਰ ਨਾ ਕਰੇਗਾ। ਪਰ ਤਵਾਰੀਖ ਦੇ ਪੰਨੇ ਕਦੀ ਝੂਠ ਨਹੀਂ ਬੋਲਦੇ। ਉਹਨਾਂ ਸਦੀਆਂ ਤੱਕ ਕਹੀ ਜਾਂਦਾ ਇਸ ਘਟਨਾ 'ਚ ਬੇਈਮਾਨੀ ਹੋਈ ਸੀ। ਬਾਬਾ ਜੀ ਕਹਿੰਦੇ ਨਾ, ਇਹ ਧੁੰਦ ਹੈ। ਸੁਣਿਓ ਦੂਸਰੀ ਬੇਨਤੀ, ਮੇਰੇ ਗੁਰੂ ਨਾਨਕ ਸਾਹਿਬ ਦਾ ਆਗਮਨ ਜਦੋਂ ਹੋਇਆ, ਪ੍ਰੇਮ ਪੱਖ ਵੀ ਲੈਣਾ, ਕਿਉਂਕਿ ਗੁਰੂ ਨਾਨਕ ਦੀ ਬਾਣੀ ਖੁਸ਼ਕ ਨਹੀਂ, ਇਹ ਕੇਵਲ ਖੁਸ਼ਕ ਫਿਲਾਸਫੀ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਗਮਨ ਰਾਏ ਭੋਏ ਦੀ ਤਲਵੰਡੀ ਹੁੰਦਾ। ਆਪ ਜੀ ਨੂੰ ਪਤਾ ਹੋਣਾ ਗੁਰੂ ਨਾਨਕ ਸਾਹਿਬ ਜੀ ਦੇ ਸਨਮਾਨਯੋਗ ਦਾਦਾ ਜੀ ਬਾਬਾ ਸ਼ਿਵਰਾਮ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦੀ ਦਾਦੀ ਦਾ ਨਾਮ ਸਨਮਾਨਯੋਗ ਮਾਤਾ ਬਨਾਰਸੀ ਦੇਵੀ ਹੈ। ਉਹਨਾਂ ਦੀ ਕੁੱਖ ਵਿੱਚੋਂ ਸਨ 1440 ਨੂੰ
ਬੇਟੇ ਦਾ ਜਨਮ ਹੋਇਆ, ਉਹਨਾਂ ਨੇ ਉਸ ਦਾ ਨਾਮ ਕਾਲੂ ਚੰਦ ਰੱਖਿਆ ਹੈ। ਚਲੋ ਮਹਿਤਾ ਕਲਿਆਣ ਦਾਸ ਵੀ ਕਿਹਾ ਜਾਂਦਾ ਹੈ। 1440 ਮੈਂ ਕਹਿ ਰਿਹਾ, 4 ਸਾਲ ਬਾਅਦ ਮਾਤਾ ਬਨਾਰਸੀ ਦੇਵੀ ਦੀ ਕੁੱਖ ਚੋਂ ਦੂਸਰੇ ਪੁੱਤਰ ਦਾ ਜਨਮ ਹੋਇਆ। ਉਹਨਾਂ ਦਾ ਨਾਮ ਲਾਲੂ ਜੀ ਰੱਖਿਆ ਗਿਆ ਹੈ। ਬਾਬਾ ਕਾਲੂ ਜੀ ਵੱਡੇ ਨੇ, ਬਾਬਾ ਲਾਲੂ ਜੀ ਛੋਟੇ ਨੇ। ਸਮਾਂ ਲੰਘਿਆ, ਬਾਬਾ ਕਾਲੂ ਜੀ ਦਾ ਜਿਹੜਾ ਵਿਵਾਹ ਹੈ ਪਿੰਡ ਚਾਹਲ ਲਾਹੌਰ ਦੇ ਨਜ਼ਦੀਕ, ਜਿਹੜਾ ਅੱਜ ਕੱਲ੍ਹ ਲਾਹੌਰ ਦੇ ਨਜ਼ਦੀਕ ਪਾਕਿਸਤਾਨ ਵਿੱਚ, ਇੱਥੇ ਹੋਇਆ ਸਾਡੇ ਅਤੀ ਸਨਮਾਨਯੋਗ ਮਾਤਾ ਤ੍ਰਿਪਤਾ ਜੀ ਦੇ ਨਾਲ। ਹਜ਼ੂਰ ਦੇ ਇਹ ਮਾਤਾ ਜੀ ਦੇ ਜਿਹੜੇ ਪਿਤਾ ਜੀ ਨੇ, ਉਹਨਾਂ ਦਾ ਨਾਮ ਬਾਬਾ ਰਾਮਾ ਜੀ ਹੈ। ਮਾਤਾ ਤ੍ਰਿਪਤਾ ਜੀ ਦੇ ਭਰਾਤਾ ਜੀ ਦਾ ਨਾਮ ਕ੍ਰਿਸ਼ਨਾ ਜੀ ਹੈ। ਵਿਵਾਹ ਹੁੰਦਾ, ਸੱਚੀ ਮੁੱਚੀ ਮਾਂ ਤ੍ਰਿਪਤਾ ਬਿਲਕੁਲ ਅੰਦਰੋਂ ਤ੍ਰਿਪਤ ਹੈ, ਰੱਜੀ ਹੋਈ ਹੈ। ਸਾਡੇ ਵਿਦਵਾਨ ਪੁਰਸ਼ ਕਹਿੰਦੇ ਆ ਕਿ ਤੁਸੀਂ ਇਸ ਕਮਾਈ ਨੂੰ ਅੱਖਾਂ ਤੋਂ ਓਲੇ ਨਾ ਕਰੋ। ਸਨਮਾਨਯੋਗ ਬਾਬਾ ਕਾਲੂ ਜੀ ਤੇ ਸਨਮਾਨਯੋਗ ਮਾਤਾ ਤ੍ਰਿਪਤਾ ਜੀ, ਕਿੰਨੀ ਕੁ ਕਮਾਈ, ਕਿੰਨੀ ਕੁ ਪਰਮਾਤਮਾ ਦੀ ਰਹਿਮਤ, ਜਿਸ ਕੁੱਖ ਨੂੰ, ਜਿਸ ਵੇੜੇ ਨੂੰ, ਜਿਸ ਨੂੰ ਬਾਪ ਨੂੰ ਗੁਰੂ ਨਾਨਕ ਨੇ ਚੁਣਿਆ, ਪਿਆਰਿਓ, ਉਹ ਕਿੰਨੇ ਕੁ ਉੱਤਮ ਭਾਗਾਂ ਵਾਲੇ ਨੇ। ਸਨਮਾਨਯੋਗ ਮਾਤਾ ਤ੍ਰਿਪਤਾ ਦੀ ਕੁੱਖ ਚੋਂ ਬੇਟੀ ਦਾ ਜਨਮ ਹੁੰਦਾ ਹੈ। ਨਾਨਕੇ ਪਿੰਡ ਵਿਦਵਾਨ ਪੁਰਸ਼ ਕਹਿੰਦੇ ਨੇ ਖੋਣ ਕਰਕੇ ਉਹਨਾਂ ਦਾ ਨਾਮ ਨਾਨਕੀ ਰੱਖਿਆ ਗਿਆ। ਸਾਡੇ ਸਿੱਖ ਜਗਤ ਅੰਦਰ ਉਹਨਾਂ ਨੂੰ ਸਨਮਾਨਯੋਗ ਜੋ ਸ਼ਬਦ ਦਿੱਤਾ, ਬੇਬੇ ਨਾਨਕੀ ਜੀ, ਜਿਹੜਾ ਦਿਨ ਆਪ ਜੀ ਅੱਜ ਸਾਰਾ ਸਿੱਖ ਜਗਤ ਮਨਾ ਰਹੇ ਹੋ। ਰਾਏ ਭੋਏ ਦੀ ਤਲਵੰਡੀ ਹੈ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਸਨਮਾਨਯੋਗ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਹੁੰਦਾ ਹੈ। ਸਾਡੇ ਵਿਦਵਾਨ ਪੁਰਸ਼ ਕਹਿੰਦੇ ਆ, ਉਹਨਾਂ ਨੇ ਭਾਵਨਾ ਸਹਿਤ ਕਿਹਾ ਕਿ ਆਗਮਨ ਤੋਂ ਪਹਿਲਾਂ ਮਾਤਾ ਜੀ ਨੇ ਆਪਣੇ ਤਨ ਦੇ ਸੋਨੇ ਦੇ ਗਹਿਣੇ ਉਤਾਰ ਦਿੱਤੇ। ਕੋਈ ਭੂਖਣ, ਕੋਈ ਅਲੰਕਾਰ ਉਹਨਾਂ ਨੇ ਆਪਣੇ ਤਨ ਤੇ ਨਹੀਂ ਰਹਿਣ ਦਿੱਤਾ, ਪਰ ਕਹਿੰਦੇ ਨੇ ਗਹਿਣਿਆਂ ਤੋਂ ਬਿਨਾ, ਭੂਖਣਾ ਤੋਂ ਬਿਨਾ, ਅਲੰਕਾਰ ਤੋਂ ਬਿਨਾ, ਜਿਹੜੇ ਸੋਨੇ ਦੇ, ਉਹਨਾਂ ਤੋਂ ਬਿਨਾ ਵੀ ਮਾਤਾ ਜੀ ਦੀ ਜਿਹੜੀ ਸ਼ੋਭਾ ਹੈ ਉਹ ਅੰਦਰ ਨੂੰ, ਤੁਰ ਅੰਦਰ ਨੂੰ ਠੰਡ ਪਾਉਂਦੀ ਹੈ ਜੀ। ਕਿਉਂ? ਜਿੱਥੇ ਬੈਠਦੇ ਆ ਉੱਥੇ ਠੰਡ ਵਰਦੀ ਏ, ਇਸ ਕਰਕੇ ਵਰਦੀ ਹੈ ਉਸ ਕੁੱਖ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚੁਣਿਆ ਹੈ। ਹਜ਼ੂਰ ਦਾ ਆਗਮਨ ਹੁੰਦਾ ਹੈ ਤੇ ਦਾਸ ਬੇਨਤੀ ਕਰਦਾ, ਅੱਜ ਵੀ ਰਾਤ ਵਿਚਾਰ ਉੱਥੇ ਜਦੋਂ ਕਰਾਂਗੇ ਆਗਮਨ ਦੀ ਕਥਾ ਦੀ, ਤੇ ਬੇਨਤੀ ਕਰਾਂਗਾ ਡਿਟੇਲ ਨਾਲ। ਸਭ ਤੋਂ ਪਹਿਲਾਂ ਦੀਦਾਰ ਦੌਲਤਾਂ ਦਾਈ ਨੂੰ ਹੁੰਦਾ ਹੈ, ਹਜ਼ੂਰ ਦਾ, ਮੁਸਲਮਾਨ ਔਰਤ, ਪਰ ਉਹਦੀ ਸਾਖੀ ਸਿਰਫ ਜਨਮ ਤੱਕ ਹੀ ਰੱਖ ਕੇ ਮੁਕਾ ਦਿੱਤੀ। ਉਹਨੇ ਦੀਦਾਰ ਕੀਤਾ, ਉਹਨੇ ਪੰਡਤ ਹਰਦਿਆਲ ਨੂੰ ਦੱਸਿਆ ਵੀ ਇਹ ਕੁਝ ਚੱਕਰ ਚਿੰਨ ਸੀ ਜਨਮ ਵੇਲੇ, ਪਰ ਪਿਆਰਿਓ ਨੇ 3 ਸ਼ਬਦ ਕਹੇ। ਉਹ ਦੀਦਾਰ ਤੋਂ ਬਾਅਦ, ਆਗਮਨ ਤੋਂ ਬਾਅਦ ਬਾਹਰ ਆਈ। ਜਿਹੜੀ ਵਿਚਾਰੀ ਲੋਕਾਂ ਦੇ ਘਰ ਬੱਚਾ ਜਨਮ ਲੈਂਦਾ ਸੀ ਤੇ ਉਹਦੀ ਰੋਟੀ ਚੱਲਦੀ ਸੀ, ਉਹਨੇ ਹਜ਼ੂਰ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਨ ਤੋਂ ਬਾਅਦ 3 ਸ਼ਬਦ ਕਹੇ। ਉਹ ਸ਼ਬਦ ਸੁਣਨ ਵਾਲੇ ਨੇ ਪਹਿਲਾ ਸ਼ਬਦ ਕਿਹਾ, ਬਾਬਾ ਕਾਲੂ ਜੀ ਨੂੰ ਮੈਂ ਤਾਂ ਬਹੁਤ ਰੱਜੀ। ਜਦੋਂ ਕੁਝ ਦੇਣ ਲੱਗੇ ਵੀ ਤੈਨੂੰ ਵਧਾਈ ਦੇਣੇ ਖਾਂ, ਉਹਨੇ ਕਹਿ ਦਿੱਤਾ ਮੈਂ ਬਹੁਤ ਰੱਜੀ। ਦੂਜਾ ਉਹਨੇ ਸ਼ਬਦ ਕਿਹਾ ਸੀ, ਮੈਨੂੰ ਸ਼ਬਦ ਸੁਣਾਈ ਦਿੱਤਾ ਹੈ ਅੱਜ। ਤੀਸਰੀ ਗੱਲ ਉਹਨੇ ਕਹੀ ਸੀ, ਉਹ ਦੁਨੀਆ ਦੇ ਲੋਗੋ, ਮੇਰੇ ਹੱਥਾਂ ਚੋਂ ਅਨੇਕਾਂ ਬੱਚਿਆਂ ਦਾ ਜਨਮ ਹੋਇਆ, ਰੋਂਦੇ ਜਨਮ ਲੈਂਦੇ ਨੇ। ਪਹਿਲੀ ਵਾਰ ਇਹ ਅਜ਼ਮਤ ਤੇ ਖੇਡ ਵਾਪਰੀ ਹੈ। ਮੈਨੂੰ ਵੇਖ ਕੇ ਇਸ ਤਰ੍ਹਾਂ ਮੁਸਕਰਾਏ ਨੇ ਜਦੋਂ ਬਹੁਤ ਗਿਆਨਵਾਨ ਬੰਦਾ ਕੋਈ ਮੁਸਕਰਾਉਂਦਾ ਹੈ। 3 ਗੱਲਾਂ ਕਹੀਆਂ, ਮੈਂ ਰੱਜੀ ਖਾਂ, ਮੈਨੂੰ ਸ਼ਬਦ ਸੁਣਾਈ ਦਿੱਤਾ, ਮੈਨੂੰ ਵੇਖ ਕੇ ਮੁਸਕਰਾਏ ਨੇ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦਾ ਨਾਮ ਰੱਖਿਆ ਗਿਆ ਨਾਨਕ। ਆਪਨੇ ਬੜੀ ਵਾਰੀ ਗੁਰਮੁਖ ਵਿਦਵਾਨ ਇੱਥੇ ਵੱਧ ਤੋਂ ਵੱਧ ਆਉਂਦੇ ਆ, ਸੂਝਵਾਨ। ਨਾਨਕ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਨੇ ਹਾਂ। ਅਸੀਂ ਕਹਾਂਗੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ। ਉਂਝ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਗੰਜਨਾਮਾ ਜੋ ਹੈ
ਉਹਦੇ ਵਿੱਚ ਉਹਨਾਂ ਨੇ ਨਾਨਕ ਸ਼ਬਦ ਦੇ ਅਰਥ ਬੜੇ ਕਮਾਲ ਦੇ ਕੀਤੇ ਆ। ਥੋੜਾ ਜਿਹਾ ਪਾਠ ਭੇਦ ਹੈ ਜੀ, ਕਿਉਂਕਿ ਜਦੋਂ ਇਹ ਫਾਰਸੀ ਵਾਲੇ ਤਾਂ ਇੰਨੇ ਸੂਝਵਾਨ ਵਾਲੇ ਬੰਦੇ ਕਹੇ ਨਹੀਂ, ਜੇ ਅਸੀਂ ਵੀ ਕਹੀਏ ਬੜੀ ਫਾਰਸੀ ਜਾਣਦੇ ਹਾਂ ਨਹੀਂ, ਪਰ ਜੋ ਗੁਰਮੁਖੀ ਚ ਲਿਖਿਆ ਮਿਲਦਾ ਉਹ ਯਤਨ ਕਰੀਦਾ ਵੀ ਚਲੋ ਉਚਾਰਨ ਵੀ ਹੋ ਜਾਏ ਤੇ ਸੰਗਤ ਤੱਕ ਸੇਵਾ ਵੀ ਹੋ ਜਾਏ। ਹੁਣ ਉੱਥੇ ਵੀ ਪਾਠ ਭੇਦ ਨੇ। ਜਦੋਂ ਅਸੀਂ ਨਾਨਕ ਸ਼ਬਦ ਕਹਿੰਦੇ ਹਾਂ, ਬਸ ਇੰਨੀ ਕੁ ਬੇਨਤੀ ਅੱਜ ਕਰਾਂਗਾ ਕਿ ਅੱਜ ਹਜ਼ੂਰ ਦਾ ਪੁਰਬ ਹੈ। ਸੱਚੇ ਪਾਤਸ਼ਾਹ ਜੀ ਦੇ ਨਾਮ ਲੈਣ ਵਿੱਚ ਕਿੰਨੀਆਂ ਕੁ ਬਰਕਤਾਂ ਨੇ, ਧੰਨ ਗੁਰੂ ਨਾਨਕ ਸਾਹਿਬ ਕਹਿਣ ਵਿੱਚ ਕਿੰਨੀਆਂ ਕੁ ਬਰਕਤਾਂ ਨੇ। ਭਾਈ ਸਾਹਿਬ ਕਹਿੰਦੇ ਨੇ, ਖਰਦੋ ਨੂਨ ਨਾਮ ਪਾਕਸ਼ ਨਾਈਮ ਵਾ ਨਸੀਰ ਵਾ ਅਲਫ ਮਿਆਨਾ ਅਹਦ ਵਾ ਕਾਫ ਆਖਰੀਨ ਕਬੀਰ। ਇਹ ਇੱਕ ਪਾਠ ਇਹ ਵੀ ਹੈ। ਇੱਕ ਇਹ ਵੀ, ਖਰਦੋ ਨੂਨ ਨਾਮ ਪਾਕਸ਼ ਨਾਈਮੋ ਨਸੀਰ ਅਲਫ ਮਿਆਨਾ ਅਦ ਵਾ ਕਾਫ ਆਖਰੀ ਕਬੀਰ। ਪਰ ਇਹਦੇ ਅਰਥ ਸਿੱਧੀ ਗੱਲ ਜੀ, ਜਦੋਂ ਫਾਰਸੀ ਵਿੱਚ ਲਿਖਿਆ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਵਿੱਚ 2 ਨੂਨ ਆਉਂਦੇ ਨੇ, 2 ਨੰਨੇ ਆਉਂਦੇ ਨੇ। ਇੱਕ ਉਸ ਵਿੱਚ 2 ਨੰਨਿਆਂ ਦੇ ਮਿਆਨੇ, ਉਹਦੇ ਵਿਚਕਾਰ ਅਲਿਫ ਆਉਂਦਾ ਹੈ, ਅਖੀਰ ਤੇ ਕਾਫ ਆਉਂਦਾ ਹੈ। ਫਾਰਸੀ ਵਿੱਚ ਜਾਂ ਉਰਦੂ ਸ਼ਬਦ, ਚਲੋ ਸਕ੍ਰਿਪਟ ਤਾਂ ਫਾਰਸੀ ਦੇ ਨਾ, ਨੂਨ ਅਲਿਫ ਨੂਨ ਕਾਫ, ਨੂਨ ਅਲਫ ਨੂਨ ਕਾਫ। ਪੰਜਾਬੀ ਸਿੱਧੇ ਇਹਦੇ ਅਰਥ ਕਰਾਂਗੇ, ਨੰਨਾ ਨੰਨੇ ਤੋਂ ਬਾਅਦ ਵਿਚਕਾਰ ਕੰਨਾ, ਕੰਨੇ ਤੋਂ ਬਾਅਦ ਫਿਰ ਨੰਨਾ, ਨੰਨੇ ਤੋਂ ਬਾਅਦ ਫਿਰ ਕੱਕਾ। ਇਸ ਤਰ੍ਹਾਂ ਹੈ ਜੀ। ਨਾਨਕ ਭਾਈ ਸਾਹਿਬ ਕਹਿੰਦੇ ਆ, ਸਿੱਖੋ ਸਿਰਫ ਇਹ 4 ਅੱਖਰ ਹੀ, ਚਲੋ ਗੁਰਮੁਖੀ ਵਿੱਚ ਅਸੀਂ ਕਹਾਂਗੇ ਕੰਨਾ ਮਾਤਰਾ ਹੈ, ਪਰ ਫਾਰਸੀ ਵਿੱਚ ਤਾਂ ਇਹ ਹਰੂਫ ਹੈ ਨਾ। ਜਿਹੜਾ ਅਲਿਫ ਬੇ ਪੇ ਤੇ ਅਸੀਂ ਪੜ੍ਹਨੇ ਆ, ਅਲਿਫ ਜਿਹੜਾ ਉਹ ਪਹਿਲਾ ਹਰੂਫ ਹੈ। ਹੁਣ ਉੱਥੇ ਜਿਹੜਾ ਸ਼ਬਦ ਹੈ ਉਹ ਕਹਿੰਦੇ ਆ ਵੀ ਇਸ ਨਾਨਕ ਪਦ ਦੇ ਅਰਥ ਹੀ ਭਾਵਨਾ ਸਹਿਤ ਕਹਿ ਲੋ। ਤੇ ਪਿਆਰਿਓ ਦੇਖਿਓ, ਜੋ ਅਰਥ ਭਾਈ ਸਾਹਿਬ ਨੇ ਕੀਤੇ ਆ, ਇਹਦੇ ਵਿੱਚ ਸਾਰੀਆਂ ਬਰਕਤਾਂ ਆ ਜਾਂਦੀਆਂ ਨੇ। ਪਹਿਲਾ ਨੂਨ, ਪਹਿਲੇ ਨੰਨੇ ਤੋਂ ਅੱਖਰ ਬਣਾਇਆ ਉਹਨਾਂ ਨੇ ਨਾਈਮ। ਫਿਰ ਸੁਣਿਓ, ਪਹਿਲੇ ਨੰਨੇ ਤੋਂ ਨਾਈਮ। ਨਾਈਮ ਦਾ ਅਰਥ ਹੈ ਇਨਾਮ ਦੇਣ ਵਾਲਾ, ਦਾਤਾਂ ਦੇਣ ਵਾਲਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਜਦੋਂ ਨਾਨਕ ਪਦ ਕਹਿੰਦੇ ਹਾਂ ਤੇ ਪਹਿਲਾ ਨੰਨਾ ਇਹ ਕਹਿ ਰਿਹਾ, ਉਹ ਦੁਨੀਆ ਦੇ ਲੋਗੋ, ਇੱਥੇ ਕੋਈ ਨਹੀਂ ਜੇ ਕੁਛ ਮੰਗਿਆ ਜਾਂਦਾ, ਜਿਸ ਦੀ ਝੋਲੀ 'ਚ ਕਿਤੋਂ ਵੀ ਦਾਤ ਨਹੀਂ ਪਈ, ਉਹ ਗੁਰੂ ਨਾਨਕ ਦੇ ਬੂਹੇ ਅੱਗੇ ਖਲੋ ਜਾਏ। ਗੁਰੂ ਨਾਨਕ ਦਾ ਪਹਿਲਾ ਨੰਨਾ ਇਨਾਮ ਦੇਣ ਵਾਲਾ ਤੇ ਖਾਲੀ ਝੋਲੀਆਂ ਵਿੱਚ ਦਾਤਾਂ ਪਾਉਣ ਵਾਲਾ ਹੈ। ਫਿਰ ਬੇਨਤੀ, ਪਹਿਲਾ ਨੰਨਾ ਨੂਨ ਨਾਈਮ। ਫਿਰ ਮੈਂ ਅਰਜ਼ ਕਰਾਂਗਾ, ਨਾਈਮ ਦਾ ਅਰਥ ਨਿਆਮਤਾਂ ਦੇਣ ਵਾਲਾ, ਦਾਤਾਂ ਦੇਣ ਵਾਲਾ, ਇਨਾਮ ਦੇਣ ਵਾਲਾ। ਗੁਰੂ ਨਾਨਕ ਸਾਹਿਬ ਬੜੀਆਂ ਦਾਤਾਂ ਦਿੰਦਾ ਹੈ ਜੀ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਆ, ਆਮ ਤੌਰ ਤੇ ਇਨਾਮ ਮਿਲਦਾ ਜਿਹੜਾ ਬੰਦਾ ਕੁਝ ਚੰਗੇ ਕਰਮ ਕਰਦਾ ਹੈ। ਕਹਿੰਦੇ ਨੇ ਇਹ ਤਾਂ ਇੰਨਾ ਦਿਆਲੂ ਹੈ, ਇਹਦੀ ਖੱਟੀ ਤੇ ਔਗਣਾ ਵਾਲਾ ਵੀ ਚਲਾ ਜਾਏ, ਔਗਣ ਖੋ ਕੇ ਉਹਦੀ ਝੋਲੀ ਦੇ ਵਿੱਚ ਗੁਣ ਪਾ ਦਿੰਦਾ ਹੈ। ਸੌਦਾ ਇਕਤ ਹਟ ਹੈ ਸ਼ਾ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣਾ ਵਚਨ ਦਾ ਸੂਰਾ। ਔਗਣ ਲੈ ਕੇ ਵੀ ਗੁਣ ਪਾ ਦਿੰਦੇ ਨੇ, ਉਹ ਦਾਤਾਂ ਦਿੰਦੇ ਨੇ ਗੁਰੂ ਨਾਨਕ ਸਾਹਿਬ। ਬੜੀਆਂ ਦਾਤਾਂ ਦਿੰਦੇ ਨੇ ਬਿਨਾਂ ਮੰਗਣ ਤੋਂ ਵੀ। ਦਾਸ ਸੋਚਦਾ ਕਿ ਦੇਖੋ, ਉਹ ਗਰੀਬ ਜਿਹਦੀ ਝੌਂਪੜੀ 'ਚ ਰਾਤ ਰਹੇ, ਉਹਨੇ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ ਸਾਰੀ ਰਾਤ। ਉਹਨੂੰ ਇੰਨਾ ਚਾਹ, ਮੇਰੇ ਘਰ ਸੰਤ ਆਏ, ਮਹਾਂਪੁਰਖ ਆਏ, ਮੇਰੇ ਘਰ ਬਾਬਾ ਜੀ ਆਏ। ਸਵੇਰੇ ਦਿਨ ਚੜਿਆ, ਕਹਿਣ ਲੱਗੇ, ਮਰਦਾਨਿਆਂ ਇਹਨੂੰ ਕਹਿ ਆਪਣੇ ਪਰਿਵਾਰ ਨੂੰ ਬਾਹਰ ਕੱਢ, ਦੀ ਝੌਂਪੜੀ ਨੂੰ ਅੱਗ ਲਾ ਦੇਣੀ ਹੈ। ਭਾਂਡੇ ਤੋੜ ਦਿੱਤੇ, ਕੁੱਲੀ ਨੂੰ ਅੱਗ ਲਾ ਦਿੱਤੀ। ਉਹ ਸਿਦਕ ਵਾਲੇ ਨੇ ਕਿਹਾ, ਬਾਬਾ ਜੀ ਮੇਰੇ ਤੋਂ ਕੋਈ ਗੁਨਾਹ ਹੋਇਆ? ਆਪਨੇ ਝੌਂਪੜੀ ਫੂਕ ਦਿੱਤੀ, ਮੈਂ ਗਿਲਾ ਨਹੀਂ ਕਰਦਾ, ਜੇ ਕੋਈ ਗਲਤੀ ਹੋਈ ਮੈਨੂੰ ਦੱਸੋ। ਸੀਨੇ ਨਾਲ ਲਾ ਕੇ ਕਹਿੰਦੇ ਆ, ਤੂੰ ਰਾਤ ਬਹੁਤ ਸੇਵਾ ਕੀਤੀ, ਰੱਬ ਨੇ ਦਿਲ ਬੜਾ ਵੱਡਾ ਦਿੱਤਾ, ਪਰ ਹੱਥ ਤੇਰਾ ਤੰਗ ਸੀ, ਝੌਂਪੜੀ ਢਾ ਦਿੱਤੀ ਹੈ। ਹੁਣ ਤੇਰਾ ਅਸੀਂ ਹੱਥ ਵੀ ਖੁੱਲਾ ਕਰ ਚੱਲੇ ਆ, ਤੇਰੀ ਗਰੀਬੀ ਸਦਾ ਲਈ ਕੱਟੀ ਜਾਏਗੀ। ਪਿਆਰਿਓ, ਉਹ ਦਾਤਾਂ ਦਿੰਦੇ ਨੇ। ਗਰੀਬੀ ਕੇਵਲ ਦੌਲਤ ਦੀ ਨਹੀਂ, ਹਿਰਦੇ ਦੀ ਗਰੀਬੀ ਨਿਮਰਤਾ ਦੀ ਦਿੰਦੇ ਆ, ਨਾਲ ਨਾਮ ਦੀ ਦੌਲਤ ਦਿੰਦੇ ਆ।
ਪਹਿਲਾ ਨੰਨਾ ਨਈਮ, ਦਾਤਾਂ ਦੇਣ ਵਾਲੇ। ਵਿੱਚ ਜਿਹੜਾ ਕੰਨਾ ਲੱਗਾ ਅਲਿਫ, ਇਹਦਾ ਅਰਥ ਵਿਦਵਾਨ ਕਰਦੇ ਆ ਵੀ ਇੱਕ। ਗੁਰੂ ਨਾਨਕ ਸਾਹਿਬ ਇੱਕ ਦੇ ਨੇ, ਇੱਕ ਦੀ ਗੱਲ ਕਰਦੇ ਨੇ, ਸਭ ਵਿੱਚ ਇੱਕ ਦੀ ਜੋਤ ਵੇਖਦੇ ਆ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਜਿਹਨੂੰ ਕਈ ਹਿੱਸਿਆਂ 'ਚ ਵੰਡਿਆ। ਗੁਰੂ ਨਾਨਕ ਨੇ ਕਿਹਾ ਏਕ ਓੰਕਾਰ। ਉਹ ਇੱਕ ਨੂੰ ਮੰਨਦੇ ਆ, ਇੱਕ ਨੂੰ ਪੂਜਦੇ ਆ, ਇੱਕ ਨਾਲ ਜੋੜਦੇ ਆ, ਇੱਕ ਦੀ ਜੋਤ ਦੇਖਦੇ ਆ। ਫਿਰ ਦੂਸਰਾ ਜਿਹੜਾ ਨੰਨਾ ਆਉਂਦਾ ਨੂਨ, ਦੂਸਰਾ ਆਉਂਦਾ ਨੂਨ ਅਲਫ ਨੂਨ। ਦੂਸਰੇ ਨੂਨ ਦਾ ਭਾਈ ਸਾਹਿਬ ਨੇ ਸ਼ਬਦ ਬਣਾਇਆ ਨਸੀਰ। ਯਾਦ ਰੱਖਿਓ, ਪਹਿਲਾ ਨੂਨ ਨਈਮ, ਦੂਸਰਾ ਨੂਨ ਨਸੀਰ। ਤੇ ਨਸੀਰ ਦਾ ਅਰਥ ਹੈ ਮਦਦਗਾਰ। ਬਾਬਾ ਜੀ ਦਾਤ ਵੀ ਦਿੰਦੇ ਨੇ, ਇੱਕ ਨਾਲ ਜੋੜਦੇ ਵੀ ਨੇ। ਤੇ ਗੁਰਮੁਖੋ, ਜਿਸ ਬੰਦੇ ਨੂੰ ਦੁਨੀਆ ਦੇ ਸਾਰੇ ਲੋਕ ਛੱਡ ਜਾਣ, ਜਿਹਦਾ ਕੋਈ ਵੀ ਨਾ ਹੋਵੇ, ਉਹਦੀ ਮਦਦ ਧੰਨ ਗੁਰੂ ਨਾਨਕ ਸਾਹਿਬ ਕਰਦਾ ਹੈ। ਉਹ ਨਸੀਰ ਨੇ, ਮਦਦਗਾਰ ਨੇ, ਸਭ ਦੀ ਮਦਦ ਕਰਦੇ ਨੇ। ਅਖੀਰਲਾ ਜਿਹੜਾ ਖਰੂਫ ਹੈ ਜਾਂ ਅੱਖਰ ਹੈ, ਉਹ ਕੱਕਾ ਕਾਫ, ਉਸ ਤੋਂ ਸ਼ਬਦ ਬਣਾਇਆ ਭਾਈ ਸਾਹਿਬ ਜੀ ਨੇ ਕਬੀਰ। ਕਬੀਰ ਦਾ ਅਰਥ ਹੈ ਵੱਡਾ। ਫਿਰ ਮੈਂ ਦੁਹਰਾ ਦੇਣਾ, ਪਹਿਲੇ ਨੰਨੇ ਦਾ ਭਾਵ ਨਈਮ, ਦਾਤਾਂ ਦੇਣ ਵਾਲੇ। ਕੰਨੇ ਦਾ ਮਤਲਬ ਇੱਕ ਦੇ ਨੇ, ਇੱਕ ਨਾਲ ਜੋੜਦੇ ਨੇ, ਇੱਕ ਜੋਤ ਨੂੰ ਦੇਖਦੇ ਨੇ। ਦੂਸਰੇ ਨੰਨੇ ਦਾ ਅਰਥ ਸ਼ਬਦ ਬਣਾਇਆ ਨਸੀਰ, ਉਹ ਮਦਦਗਾਰ ਨੇ। ਅਖੀਰ ਵਾਲਾ ਕੱਕਾ ਕਬੀਰ ਵੱਡਾ। ਭਾਈ ਸਾਹਿਬ ਕਹਿੰਦੇ ਨੇ, ਉਹ ਲੋਕੋ ਚੜ੍ਹਦੇ ਤੋਂ ਲੈਂਦੇ ਤੱਕ ਚਲੇ ਜਾਓ, ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਮਿਲਣਾ। ਉਹ ਵੱਡਾ ਪਨਖੌਮੇ ਦਾ ਨਹੀਂ, ਉਹ ਕਾਮਿਲ ਮੁਰਸ਼ਿਦ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਿਆਰਿਓ, ਉਹਨਾਂ ਨੇ ਪ੍ਰੇਮ ਦੀ ਬਾਰਿਸ਼ ਪਾ ਦਿੱਤੀ। ਖੁਸ਼ ਗਿਆਨ ਨਹੀਂ, ਜਿੱਥੇ ਬਾਬਾ ਜੀ ਗਏ, ਭਾਈ ਸਾਹਿਬ ਤਾਂ ਕਹਿੰਦੇ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ। ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਿਸੋਵਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਵਾ। ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ। ਐਸੇ ਦੀਨ ਦਿਆਲ ਧੰਨ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦਾ ਪੁਰਬ ਅੱਜ ਸਮੁੱਚਾ ਸਿੱਖ ਜਗਤ ਸਾਰੀ ਲੁਕਾਈ ਮਨਾ ਰਹੀ ਹੈ। ਮੈਂ ਬਿਲਕੁਲ ਸਮੇਂ ਦੇ ਅਧੀਨ, ਜ਼ਿਆਦਾ ਕੋਈ ਅਸੀਂ ਬਾਣੀ 'ਚੋਂ ਉਦਾਹਰਨਾਂ ਨਹੀਂ ਲਈਆਂ, ਸਿਰਫ ਸਮੇਂ ਅਧੀਨ ਇੱਕ ਬੇਨਤੀ ਕੀਤੀ। ਅੱਜ ਸਤਿਗੁਰਾਂ ਦਾ ਜਿਹੜਾ ਸ਼ਬਦ ਆਇਆ ਹੈ, ਇਹਦੇ ਅਖਰੀ ਅਰਥ ਆਪਾਂ ਜ਼ਰੂਰ ਕਰੀਏ ਕਿ ਜੀਉ ਡਰਤ ਹੈ ਆਪਣਾ, ਜਿੰਦ ਡਰਦੀ ਪਈਏ, ਕੈਸਿਓ ਕਰੀ ਪੁਕਾਰ। ਕਿਹਦੇ ਕੋਲ ਜਾ ਕੇ ਪੁਕਾਰ ਕਰੀਏ? ਦੁੱਖ ਵਿਸਾਰਨ ਸੇਵਿਆ। ਗੁਰੂ ਜੀ ਕਹਿੰਦੇ ਆ, ਦੁੱਖਾਂ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਨੂੰ ਸੇਵਿਆ, ਜੋ ਸਦਾ ਸਦਾ ਦਾਤਾਂ ਦੇਣ ਵਾਲਾ ਹੈ। ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੇਰਾ ਮਾਲਕ ਨਿਤ ਨਵਾਂ ਹੈ। ਇਹ ਪੁਰਾਣਾ ਹੁੰਦਾ ਹੀ ਨਹੀਂ। ਸੱਚੇ ਗੁਰਮੁਖੋ, ਸ਼ਬਦ ਕਦੀ ਪੁਰਾਣਾ ਨਹੀਂ ਹੁੰਦਾ। ਦਾਸ ਕਹਿੰਦਾ 1539 ਤੋਂ ਪਹਿਲਾਂ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕੀਤਾ ਹੈ ਤੇ 2020 ਆ ਗਿਆ। ਗੁਰਮੁਖੋ, ਇੰਨੀਆਂ ਸਦੀਆਂ ਲੰਘਣ ਤੋਂ ਬਾਅਦ ਵੀ ਜਪਜੀ ਸਾਹਿਬ ਨਵੇਂ ਦਾ ਨਵਾਂ ਹੀ ਹੈ। ਕਿਉਂ? ਇਹਦੇ ਵਿੱਚ ਸਾਹਿਬ ਦੇ ਬਚਨ ਨੇ। ਗੁਰੂ ਜੀ ਕਹਿੰਦੇ ਨੇ, ਮੇਰਾ ਸਾਹਿਬ ਜਿਹੜਾ ਉਹ ਨਵਾਂ ਹੈ, ਨਿਤ ਨਵਾਂ ਹੈ, ਉਹ ਪੁਰਾਣਾ ਨਹੀਂ। ਰਹਾਉ ਹਜ਼ੂਰ ਨੇ ਇਹ ਪਹਿਲੀ ਤੁਕ ਰਹਾਉ ਦੀ ਦਰਜ ਕੀਤੀ ਹੈ। ਆਨੰਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਅਨੰਦਿਨ ਸਾਹਿਬ ਸੇਵੀਏ, ਦਿਨ ਰਾਤ ਉਸ ਮਾਲਕ ਨੂੰ, ਸਾਹਿਬ ਨੂੰ ਸੇਵਣਾ ਚਾਹੀਦਾ ਹੈ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਉਸ ਸਾਹਿਬ ਨੂੰ ਸੇਵ ਜਿਹੜਾ ਅੰਤ ਨੂੰ ਛਡਾਏਗਾ ਤੈਨੂੰ। ਤੇ ਹੇ ਮੇਰੀ ਕਾਮਣੀ, ਹੇ ਮੇਰੀ ਜਿੰਦੇ, ਉਹਦੇ ਨਾਮ ਨੂੰ ਜਪ ਕੇ ਸੁਣ ਕੇ ਪਾਰ ਉਤਾਰਾ ਹੋਵੇਗਾ। ਦਇਆਲ ਤੇਰਾ ਨਾਮ ਤਰਾ, ਸਦ ਕੁਰਬਾਨ ਜਾਓ। ਹੇ ਦਿਆਲੂ ਵਾਹਿਗੁਰੂ ਜੀ, ਤੇਰੇ ਨਾਮ 'ਚ ਜੁੜ ਕੇ ਭਵ ਸਾਗਰ ਤੋਂ ਤਰਿਆ ਜਾਣਾ ਹੈ।
ਮੈਂ ਆਪ ਤੋਂ ਕੁਰਬਾਨ ਜਾਂਦਾ ਖਾਂ। ਰਹਾਉ ਇਹ ਦੂਸਰਾ ਸਤਿਗੁਰਾਂ ਨੇ ਰਹਾਉ ਦਾ ਬਚਨ ਉਚਾਰਨ ਕੀਤਾ ਹੈ। ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਇ। ਸਾਰੀਆਂ ਸਥਾਵਾਂ ਤੇ ਰਮਿਆ ਹੋਇਆ ਸਿਰਫ ਸੱਚਾ ਇੱਕ ਓੰਕਾਰ ਪਰਮਾਤਮਾ ਹੈ। ਉਸ ਵਰਗਾ ਹੋਰ ਦੂਜਾ ਕੋਈ ਨਹੀਂ। ਤਾ ਕੀ ਸੇਵਾ ਸੋ ਕਰੇ, ਜਾ ਕਉ ਨਦਰ ਕਰੇ। ਪਰ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੈ, ਉਹਦੀ ਸੇਵਾ ਉਹੀ ਕਰਦਾ ਹੈ, ਉਹਦਾ ਸਿਮਰਨ ਉਹੀ ਕਰਦਾ ਹੈ ਜਿਸ ਉੱਪਰ ਉਸ ਦੀ ਨਦਰ ਹੁੰਦੀ ਹੈ। ਤੁਧ ਬਾਜ ਪਿਆਰੇ ਕੇਵ ਰਹਾ। ਹੇ ਪਾਰ ਬ੍ਰਹਮ ਪਰਮੇਸ਼ਵਰ, ਤੇਰੇ ਨਾਮ ਤੋਂ ਬਿਨਾ ਮੈਂ ਕਿਵੇਂ ਰਹਿ ਸਕਦਾ ਹਾਂ। ਸਾ ਵਡਿਆਈ ਦੇ, ਮੈਨੂੰ ਇਹ ਮਾਣ ਦੇ, ਇਹ ਦਾਤ ਦੇ, ਇਹ ਵਡਿਆਈ ਬਖਸ਼ੋ। ਜਿਤ ਨਾਮ ਤੇਰੇ ਲਾਗ ਰਹਾ। ਜਿਸ ਕਰਕੇ ਮੈਂ ਤੇਰੇ ਨਾਮ ਵਿੱਚ ਸਦੀਵ ਕਾਲ ਲਈ ਜੁੜਿਆ ਰਹਾ। ਦੂਜਾ ਨਾਹੀ ਕੋਇ। ਤੇਰੇ ਤੋਂ ਬਿਨਾ ਪਾਰ ਬ੍ਰਹਮ ਪਰਮੇਸ਼ਵਰ ਜੀ ਹੋਰ ਦੂਜਾ ਕੋਈ ਨਹੀਂ। ਜਿਸ ਆਗੇ ਪਿਆਰੇ ਜਾਏ ਕਹਾ। ਜਿਸ ਅੱਗੇ ਮੈਂ ਪਾਰ ਬ੍ਰਹਮ ਪਰਮੇਸ਼ਵਰ ਜੀ ਪੁਕਾਰ ਕਰਾਂ, ਕੇਵਲ ਤੂੰ ਹੀ ਹੈ, ਤੇਰੇ ਤੋਂ ਬਿਨਾ ਕੋਈ ਪੁਕਾਰ ਸੁਣਨ ਵਾਲਾ ਨਹੀਂ। ਰਹਾਉ ਇਹ ਸਤਿਗੁਰਾਂ ਨੇ ਤੀਸਰਾ ਬਚਨ ਰਹਾਉ ਦਾ ਉਚਾਰਨ ਕੀਤਾ ਹੈ। ਸੇਵੀ ਸਾਹਿਬ ਆਪਣਾ। ਹਜ਼ੂਰ ਕਹਿੰਦੇ ਨੇ ਮੈਂ ਆਪਣੇ ਮਾਲਕ ਪਾਰ ਬ੍ਰਹਮ ਪਰਮੇਸ਼ਵਰ ਨੂੰ ਯਾਦ ਕਰਦਾ ਹਾਂ। ਅਵਰ ਨ ਜਾਚਉ ਕੋਇ। ਉਸ ਤੋਂ ਬਿਨਾ, ਉਸ ਮਾਲਕ ਤੋਂ ਬਿਨਾ ਕਿਸੇ ਹੋਰ ਦੇ ਦਰ ਤੋਂ ਮੰਗਦਾ ਨਹੀਂ, ਮੈਂ ਜਾਚਨਾ ਨਹੀਂ ਕਰਦਾ। ਨਾਨਕ ਤਾ ਕਾ ਦਾਸ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਦਾ ਮੈਂ ਦਾਸ ਹਾਂ, ਉਸ ਦਾ ਸੇਵਕ ਹਾਂ। ਬਿੰਦ ਬਿੰਦ ਚੁਖ ਚੁਖ ਹੋਏ। ਬਿੰਦ ਬਿੰਦ ਥੋੜੇ ਥੋੜੇ ਸਮੇਂ ਲਈ, ਚੁੱਕ ਚੁੱਕ ਦਾ ਅਰਥ ਹੁੰਦਾ ਟੁਕੜੇ ਟੁਕੜੇ ਹੋ ਜਾਣਾ। ਹੇ ਵਾਹਿਗੁਰੂ, ਥੋੜੇ ਥੋੜੇ ਸਮੇਂ ਲਈ ਮੈਂ ਤੇਰੀ ਇਬਾਦਤ ਕਰਨਾ, ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ। ਸਾਹਿਬ ਤੇਰੇ ਨਾਮ ਵਿਟਹੁ, ਬਿੰਦ ਬਿੰਦ ਚੁਖ ਚੁਖ ਹੋਏ। ਰਹਾ ਹਜ਼ੂਰ ਨੇ ਚੌਥੀ ਰਹਾਉ ਵਿੱਚ ਕਿਹਾ, ਮੇਰੇ ਮਾਲਕ ਜੀ, ਤੇਰੇ ਨਾਮ ਤੋਂ ਬਿਨਾ ਬਿੰਦ ਬਿੰਦ, ਥੋੜਾ ਥੋੜਾ ਸਮਾਂ ਵੀ ਚੁੱਕ ਚੁੱਕ ਹੋਏ, ਮੈਂ ਟੁਕੜੇ ਟੁਕੜੇ ਹੋ ਰਿਹਾ, ਕੁਰਬਾਨ ਹੋ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਸਾਡੇ ਸਭ ਤੇ ਤਰਸ ਕਰੋ। ਜੋ ਤੁਸੀਂ ਸੱਚਾ ਸੁੱਚਾ ਜੀਵਨ ਬਾਣੀ 'ਚ ਦੱਸਿਆ, ਸਾਨੂੰ ਸਾਰਿਆਂ ਨੂੰ ਬਖਸ਼ ਦਿਓ। ਮਿਹਰ ਕਰੋ। ਦੂਸਰੀ ਸਾਧ ਸੰਗਤ ਜੀ, ਆਪ ਸਾਰੀ ਸਿੱਖ ਸੰਗਤ, ਅੱਜ ਪੁਰਬ ਵਾਲਾ ਦਿਨ ਹੈ, ਅਰਦਾਸ ਕਰਿਓ। ਇਹਨੂੰ ਕਿਸੇ ਰਾਜਨੀਤੀ ਨਾਲ ਜੋੜ ਕੇ ਪਲੀਜ਼ ਨਾ ਦੇਖਿਓ। ਕਿਸਾਨ, ਬੱਚੇ, ਬਜ਼ੁਰਗ, ਨੌਜਵਾਨ ਆਪਣੇ ਹੱਕ ਸੱਚ ਲਈ ਜੋ ਗੱਲ ਦੱਸਣੀ ਚਾਹੁੰਦੇ ਆ, ਕੂਚ ਕਰਕੇ ਦਿੱਲੀ ਤੋਂ ਬਾਹਰ ਬੈਠੇ ਨੇ। ਅੱਜ ਗੁਰੂ ਨਾਨਕ ਸਾਹਿਬ ਦਾ ਪੁਰਬ ਹੈ। ਆਪਣੇ ਨੇਮ ਤੋਂ ਇਲਾਵਾ ਵੀ ਪਾਠ ਕਰਕੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਿਓ ਤੇ ਨਾਲ ਬੇਨਤੀ ਕਰਿਓ, ਸਤਿਗੁਰੂ ਉਹਨਾਂ ਨੂੰ ਸਿਬਰ, ਸਬਰ, ਸਿਦਕ, ਭਰੋਸਾ ਇਹੋ ਜਿਹਾ ਬਖਸ਼ ਦੀ, ਜਿਹੋ ਜਿਹਾ ਗੁਰੂ ਕੇ ਬਾਗ ਤੇ ਜੈਤੋ ਦੇ ਮੋਰਚੇ ਵੀ ਸਿੱਖਾਂ ਨੂੰ ਬਖਸ਼ਿਆ ਸੀ। ਉਹਨਾਂ ਨੂੰ ਸਿਦਕ, ਭਰੋਸਾ, ਇਹਨੂੰ ਪੜਕਾਟ 'ਚ ਨਹੀਂ ਪਲੀਜ਼ ਲਿਜਾਣਾ। ਵਾਹਿਗੁਰੂ ਕਰੇ ਉਹਨਾਂ ਨੂੰ ਹਰ ਮੁਕਾਮ ਤੇ ਦਾਤਾ ਫਤਿਹ ਬਖਸ਼ੇ, ਉਹਨਾਂ ਦੇ ਅੰਦਰ ਨੂੰ ਸਬਰ ਬਖਸ਼ੇ, ਸੱਚੀ ਮੁੱਚੀ ਜ਼ਬਰ ਨੂੰ ਵੀ ਸਬਰ ਨਾਲ ਝੱਲ ਜਾਣ, ਕਿਉਂਕਿ ਉਹ ਗੁਰੂ ਅਰਜੁਨ ਦੇਵ ਦੇ ਵਾਰਸ ਨੇ। ਆਓ ਸਤਿਗੁਰੂ ਦੇ ਇਸ ਅੰਮ੍ਰਿਤ ਬਚਨ ਦੀਆਂ ਅੰਤਲੀ ਤੁਕ ਜਿਹੜੀ ਉਹਦਾ ਪਾਠ ਸਰਵਣ ਕਰੀਏ ਜੀ। ਸਾਹਿਬ ਤੇਰੇ ਨਾਮ ਵਿਟਹੁ, ਬਿੰਦ ਬਿੰਦ ਚੁਖ ਚੁਖ ਹੋਏ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ